ਤਰਨਜੀਤ ਬਰਾੜ ਵੱਲੋਂ ਅੱਜ ਦੀ ਚਰਚਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਪੰਜਾਬ ਤੋਂ ਮਹਿਮਾਨ ਪਹੁੰਚੇ ਨੇ ਜੀ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਲੀਗਲ ਡਿਪਾਰਟਮੈਂਟ ਦੇ ਹੈੱਡ ਐਡਵੋਕੇਟ ਹਰਿੰਦਰ ਲਾਲੀ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ। ਬੜੀ ਮਿਹਰਬਾਨੀ, ਬਹੁਤ ਵਧੀਆ ਗੱਲ ਹੋਈ ਆਪਾਂ ਮਿਲੇ ਅੱਜ। ਬਿਲਕੁਲ ਜੀ, ਹਰਿੰਦਰ ਲਾਲੀ ਜੀ ਬਹੁਤ ਸਾਲਾਂ ਤੋਂ ਤਰਕਸ਼ੀਲ ਸੁਸਾਇਟੀ ਦੀ ਆਗੂ ਟੀਮ ਦੇ ਵਿੱਚ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ। ਵਹਿਮ ਭਰਮ ਕਿਉਂ ਫੈਲਦੇ ਨੇ ਪੰਜਾਬ ਦੇ ਵਿੱਚ? ਡੇਰਾਵਾਦ ਦੀ ਅਕਸਰ ਤੁਸੀਂ ਚਰਚਾ ਕਰਦੇ ਰਹਿੰਦੇ ਹੋ। ਡੇਰਾਵਾਦ ਕਿਵੇਂ ਫੈਲਿਆ, ਇਹਨੂੰ ਫੈਲਾਉਣ ਵਾਲਾ ਕੌਣ ਆ? ਤਰਕਸ਼ੀਲ ਸੋਚ ਆ ਜਿਹੜੀ ਕੀ ਹੁੰਦੀ ਆ? ਕੀ ਹਰੇਕ ਬੰਦਾ ਤਰਕਸ਼ੀਲ ਬਣ ਸਕਦਾ? ਕੀ ਤਰਕਸ਼ੀਲ ਬਣਨਾ ਸੌਖਾ? ਅਜਿਹੀਆਂ ਕੁਝ ਗੱਲਾਂ ਕਰਾਂਗੇ। ਪਹਿਲਾਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਲਾਲੀ ਜੀ, ਤੁਸੀਂ ਇਹ ਦੱਸੋ ਵੀ ਤੁਹਾਡਾ ਜਿਹੜਾ ਇਹ ਟੂਰ ਆ ਇਹ ਕੋਈ ਵਿਸ਼ੇਸ਼ ਮਕਸਦ ਨਾਲ ਆਏ ਹੋ ਕਿ ਕੋਈ ਫੈਮਿਲੀ ਪ੍ਰੋਗਰਾਮ ਸੀ ਤੁਹਾਡਾ ਕੋਈ? ਨਹੀਂ, ਮੈਂ ਬਰਾੜ ਸਾਹਿਬ ਅਕਸਰ ਹੀ ਫੈਮਿਲੀ ਟ੍ਰਿਪ ਕੱਢਦਾ ਰਹਿਣਾ। ਅੱਛਾ ਜੀ। ਜਿੱਥੇ ਕਿਤੇ ਮੌਕਾ ਲੱਗੇ, ਪ੍ਰੋਫੈਸ਼ਨ ਵੱਲੋਂ ਪਰਮਿਸ਼ਨ ਮਿਲੇ, ਜੇਬ ਵੱਲੋਂ ਪਰਮਿਸ਼ਨ ਮਿਲੇ ਜਾਂ ਵੀਜ਼ਾ ਵੂਜ਼ਾ ਵੀ ਮਿਲ ਜਾਵੇ, ਹਾਂਜੀ, ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਮੈਂ ਦੁਨੀਆ ਵੱਧ ਤੋਂ ਵੱਧ ਵਿਖਾਵਾਂ ਤਾਂ ਜੋ ਉਹਨਾਂ ਦੀ ਸ਼ਖਸੀਅਤ ਵਿਕਸਿਤ ਹੁੰਦੀ ਰਹੇ ਤੇ ਉਹਨਾਂ ਦਾ ਜੋ ਬੌਧਿਕ ਲੈਵਲ ਹੈ ਉਹ ਵੀ ਉੱਚਾ ਹੋ ਕੇ ਇੱਕ ਵਧੀਆ ਇਨਸਾਨ ਬਣਨ ਦੇ ਰਸਤੇ ਪੈਣ। ਉਹ ਵੈਰੀ ਗੁੱਡ। ਵੈਸੇ ਤਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਜੀ, ਹੈ ਤਾਂ ਆਪਣੇ ਤਰਕਸ਼ੀਲਤਾ ਦੇ ਘੇਰੇ ਤੋਂ ਬਾਹਰ ਵੀ ਵੀਜ਼ਾ ਆਫਿਸਰ ਪੁੱਛਦਾ ਹੈ, ਟੂਰਿਸਟ ਵੀਜ਼ਾ ਜਦੋਂ ਦਿੰਦੇ ਆ, ਕਹਿੰਦੇ ਵੀ ਤੁਸੀਂ ਅੱਜ ਤੱਕ ਕਿਹੜੇ ਥਾਵਾਂ 'ਤੇ ਵਿਜ਼ਿਟ ਕੀਤਾ? ਤੁਸੀਂ ਅਮਰੀਕਾ ਕੈਨੇਡਾ ਚੱਲੇ ਹੋ ਅਤੇ ਉਹ ਵਿਜ਼ਿਟ ਤਾਂ ਉਹਨਾਂ ਨੇ ਪੰਜਾਬ ਦਾ ਦੂਜਾ ਪਾਸਾ ਨਹੀਂ ਕੀਤਾ ਹੁੰਦਾ ਜਾਂ ਜ਼ਿਲ੍ਹੇ ਦਾ ਦੂਜਾ ਪਾਸਾ ਨਹੀਂ ਕੀਤਾ ਹੁੰਦਾ, ਅਤੇ ਫਿਰ ਉਹਨਾਂ ਦਾ ਵੀਜ਼ਾ ਜਿਹੜਾ ਰਿਜੈਕਟ ਹੋ ਜਾਂਦਾ ਬਹੁਤ ਵਾਰੀ। ਪਰ ਚੰਗੀ ਗੱਲ ਆ ਜੀ, ਤੁਸੀਂ ਪਰਿਵਾਰ ਸਮੇਤ ਘੁੰਮਦੇ ਰਹਿੰਦੇ ਹੋ। ਇਹ ਜਦੋਂ ਤੁਸੀਂ ਅਲੱਗ-ਅਲੱਗ ਥਾਵਾਂ 'ਤੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾਂਦੇ ਹੋ ਅਤੇ ਤੁਸੀਂ ਲੋਕਾਂ ਦੇ ਮਾਨਸਿਕ ਪੱਧਰ, ਅਲੱਗ-ਅਲੱਗ ਤਰ੍ਹਾਂ ਦੇ ਵਹਿਮ ਭਰਮ, ਉਹਨਾਂ ਦਾ ਕਲਚਰ, ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹੋਵੋਗੇ? ਹਾਂ, ਜ਼ਿਆਦਾ ਵਾਹ ਮੇਰਾ ਜੋ ਆਪਣੇ ਭਾਰਤ ਤੋਂ, ਪਾਕਿਸਤਾਨ ਤੋਂ ਭਾਈਚਾਰਾ ਆਇਆ ਹੋਇਆ, ਬੰਗਲਾਦੇਸ਼ ਤੋਂ ਆਇਆ ਹੋਇਆ, ਉਹਨਾਂ ਨਾਲ ਜ਼ਿਆਦਾ ਵਾਹ ਪੈਂਦਾ ਹੈ। ਹਾਂਜੀ, ਉਹ ਮੈਂ ਵੇਖਦਾ, ਮਿਲਦਾ ਜੁਲਦਾ ਤਾਂ ਮੇਰੇ ਦਿਮਾਗ ਤੱਕ ਇਹ ਮੈਸੇਜ ਆਉਂਦਾ ਕਿ ਸਾਡੇ ਉੱਧਰੋਂ ਆਏ ਹੋਏ ਪਰਿਵਾਰ ਆਰਥਿਕ ਤੌਰ 'ਤੇ ਤਾਂ ਖੁਸ਼ਹਾਲ ਹੋ ਗਏ, ਹਾਂਜੀ, ਪਰ ਮਾਨਸਿਕ ਤੌਰ 'ਤੇ ਬਹੁਤ ਪਛੜੇ ਹੋਏ ਨੇ। ਕੰਗਾਲ ਤਾਂ ਮੈਂ ਨਹੀਂ ਕਹੂੰਗਾ, ਹਾਂਜੀ, ਪਰ ਇੰਨੇ ਜ਼ਿਆਦਾ ਪਛੜੇ ਹੋਏ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਥੋੜ੍ਹਾ ਜਿਹਾ ਚਲਾਕ ਹੋਵੇ, ਹਾਂਜੀ, ਉਹਨਾਂ ਦੇ ਕਿਸੇ ਨਾ ਕਿਸੇ ਕਮਜ਼ੋਰ ਨਬਜ਼ ਨੂੰ ਫੜ ਕੇ ਕੋਈ ਜੋਤਿਸ਼ ਦੇ ਨਾਂ 'ਤੇ, ਕੋਈ ਵਾਸਤੂ ਸ਼ਾਸਤਰ ਦੇ ਨਾਂ 'ਤੇ ਜਾਂ ਕਿਸੇ ਹੋਰ ਧਾਗਾ ਗਤੀਵਿਧੀ ਦੇ ਨਾਂ 'ਤੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਵੱਡੇ ਪੱਧਰ 'ਤੇ ਸ਼ੋਸ਼ਣ ਕਰ ਸਕਦਾ ਹੈ। ਅਤੇ ਇਸ ਲਈ ਮੈਂ ਸੋਚਿਆ ਕਿ ਜਦੋਂ ਵੀ ਦੇਸ਼ ਜਾਂ ਵਿਦੇਸ਼ ਦੇ ਵਿੱਚ ਜਾਇਆ ਜਾਵੇ ਤਾਂ ਵੱਧ ਤੋਂ ਵੱਧ ਸਾਡੇ ਲੋਕਾਂ ਦੇ ਨਾਲ ਜੁੜ ਕੇ ਉਹਨਾਂ ਨੂੰ ਵਿਗਿਆਨਕ ਸੋਚ ਦੇ ਲੜ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਉਹ ਆਪਣੀ ਮਿਹਨਤ ਦੀ ਕਮਾਈ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਅਤੇ ਸਮਾਜ ਵਾਸਤੇ ਆਪਣੀ ਖੁਦ ਦੀ ਮਰਜ਼ੀ ਨਾਲ ਵਰਤ ਸਕਣ। ਪਰ ਇੱਥੇ ਜਿਹੜੇ ਬਹੁਤ ਆਪਣੇ ਆਪ ਨੂੰ ਲੋਕ ਪੜ੍ਹੇ ਲਿਖੇ ਕਹਾਉਂਦੇ ਨੇ, ਉਹ ਕਹਿੰਦੇ ਜੀ ਪੜ੍ਹਿਆ ਲਿਖਿਆ ਹੋਣਾ ਅਲੱਗ ਗੱਲ ਆ, ਪਰ ਆਪਣੇ ਸੰਸਕਾਰ ਸਾਨੂੰ ਜਿਹੜੇ ਨਾਲ ਰੱਖਣੇ ਚਾਹੀਦੇ ਆ। ਹੁਣ ਸੰਸਕਾਰ ਤੋਂ ਮਤਲਬ ਲੈਂਦੇ ਨੇ ਵੀ ਉਹ ਵਹਿਮਾਂ ਭਰਮਾਂ ਦੀ ਅਤੇ ਅੰਧ ਵਿਸ਼ਵਾਸਾਂ ਦੀ ਗਠੜੀ ਆ ਜਿਹੜੀ ਉਹਨਾਂ ਦੇ ਛੋਟਿਆਂ ਹੁੰਦਿਆਂ ਉਹਨਾਂ ਨੂੰ ਚੁਕਾ ਦਿੱਤੀ ਗਈ ਸੀ ਸਬਕੌਂਸ਼ੀਅਸ ਲੈਵਲ ਦੇ ਉੱਤੇ, ਇਗਨੋਰੈਂਸ ਦੇ ਵਿੱਚ, ਉਹ ਇਹਨੂੰ ਨਾਲ ਰੱਖਣਾ ਚਾਹੁੰਦੇ, ਇਹਦੇ ਨਾਲ ਪ੍ਰੇਮ ਹੋ ਗਿਆ ਉਹਨਾਂ ਦਾ। ਉਹ ਕਹਿੰਦੇ ਨਹੀਂ, ਇਹ ਤਾਂ ਬਹੁਤ ਵਧੀਆ ਸੱਭਿਆਚਾਰ ਹੈਗਾ ਅਤੇ ਜਿਹੜਾ ਵੈਸਟਰਨ ਕਲਚਰ ਆ ਉਹ ਕਹਿੰਦੇ ਐਵੇਂ ਖੋਖਲਾ, ਹਾਲਾਂਕਿ ਆਉਂਦੇ ਵੈਸਟਰਨ ਸੁਸਾਇਟੀ ਦੇ ਵਿੱਚ ਨੇ ਉਹ। ਫਿਰ ਉਹਨਾਂ ਨੂੰ ਲੱਗਦਾ ਵੀ ਜਿਵੇਂ ਉਹਨਾਂ ਦਾ ਕੁਛ ਗੁਆਚ ਗਿਆ ਹੋਵੇ, ਜਦੋਂ ਆਪਣੇ ਅਤੀਤ ਬਾਰੇ, ਆਪਣੇ ਪਾਸਟ ਬਾਰੇ ਗੱਲ ਨਾ ਕਰਨ, ਵਹਿਮਾਂ ਭਰਮਾਂ ਦੀ ਗੱਲ ਨਾ ਕਰਨ, ਟੂਣੇ ਦੀ ਗੱਲ ਨਾ ਕਰਨ। ਜਦੋਂ ਕਿਸੇ ਨੂੰ ਖਾਸ ਬੰਦੇ ਨੂੰ ਮਿਲਦੇ ਨੇ, ਉਹ ਕਹਿੰਦਾ ਜੀ ਮੈਂ ਗੋਲਡ ਮੈਡਲਿਸਟ ਹਾਂ ਜੋਤਿਸ਼ ਵਿਗਿਆਨ ਦੇ ਵਿੱਚ ਅਤੇ ਮੈਂ ਗ੍ਰਹਿਆਂ ਦੀ ਚਾਲ ਦੇਖ ਕੇ ਦੱਸ ਸਕਦਾ। ਉਹਨਾਂ ਨੂੰ ਬੜਾ ਸਕੂਨ ਮਿਲਦਾ। ਉਹ ਕਹਿੰਦੇ ਆਹ ਬੰਦਾ ਸਾਨੂੰ ਮਿਲਿਆ ਜਿਹੜਾ ਭਾਰਤ ਦੇ ਪੁਰਾਤਨ ਸੱਭਿਆਚਾਰ ਦੀ ਗੱਲ ਕਰਦਾ, ਉਸ ਵਿਗਿਆਨ ਦੀ ਗੱਲ ਕਰਦਾ ਜਿਹੜਾ ਗ੍ਰੰਥਾਂ ਦੇ ਵਿੱਚ ਦਰਜ ਆ ਤੇ ਜਿਹੜਾ ਕਿਸੇ ਨੇ ਫਰੋਲਿਆ ਹੀ ਨਹੀਂ, ਡੀਕੋਡ ਨਹੀਂ ਕੀਤਾ। ਤੇ ਅੱਜ ਕੱਲ੍ਹ ਤਾਂ ਗੱਲਾਂ ਹੀ ਹੋਰ ਨੇ ਜੀ। ਅੱਜ ਕੱਲ੍ਹ ਤਾਂ ਕਹਿੰਦੇ ਵੈਸਟ ਮੈਡੀਕਲ ਸਾਇੰਸ ਇਹ ਕਿਹੜੀ ਹੈ ਜੀ, ਇਹ ਤਾਂ ਟੈਸਟ ਟਿਊਬ ਬੇਬੀ ਦੀ ਗੱਲ ਕਰਦੇ ਹੋ। ਇਹ ਟੈਸਟ ਟਿਊਬ ਬੇਬੀ ਤਾਂ ਅਸੀਂ ਕੌਰਵਾਂ ਦੇ ਵਿੱਚ ਸਟੈਮ ਸੈੱਲ ਰਿਸਰਚ ਕਰਕੇ ਉਦੋਂ ਟੈਸਟ ਟਿਊਬ ਬੇਬੀਜ਼ ਬਣ ਗਈਆਂ ਸੀ। ਇਹ ਐਰੋਪਲੇਨਸ ਰਾਈਟ ਬ੍ਰਦਰਸ ਨੇ ਕਹਿੰਦੇ ਬਣਾਏ ਨੇ, ਸਾਡੇ ਤਾਂ ਉਡਣ ਖਟੋਲੇ ਬਣੇ ਹੋਏ ਸੀ। ਹਾਂਜੀ, ਇਹ ਰੇਡੀਓ ਦੀ ਗੱਲ ਕਰਦੇ ਹੋ ਤੁਸੀਂ, ਆਨਲਾਈਨ ਹੋਣ ਦੀ ਗੱਲ ਕਰਦੇ ਹੋ। ਧ੍ਰਿਤਰਾਸ਼ਟਰ ਆਨਲਾਈਨ ਹੋ ਕੇ ਉਹਨੇ ਸਾਰਾ ਹਾਲ ਜਿਹੜਾ ਸੁਣ ਲਿਆ ਸੀ ਜੀ, ਅੱਖੀ ਵੇਖਿਆ ਹਾਲ। ਮਤਲਬ ਉਹ ਕਹਿੰਦੇ ਇਹ ਤਾਂ ਕੁਝ ਵੀ ਨਹੀਂ ਹੈ। ਕਿਵੇਂ ਫਿਰ ਉਹਨਾਂ ਲੋਕਾਂ ਨੂੰ ਸਮਝਾਓਗੇ ਤੁਸੀਂ? ਦੇਖੋ, ਉਹ ਇੱਕ ਖਾਸ ਵਿਚਾਰਧਾਰਾ ਦੇ ਤਹਿਤ ਇਹ ਆਪਣੇ ਅੰਧ ਵਿਸ਼ਵਾਸੀ ਵਿਚਾਰਾਂ ਨੂੰ ਵਿਗਿਆਨ ਦੀ ਪੁੱਠ ਚੜਾਉਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਦੀ ਪਰਖ ਕਰਦੇ ਹਾਂ ਕਿ ਜਿਵੇਂ ਤੁਸੀਂ ਉਦਾਹਰਨ ਦਿੱਤੀ ਆ, ਕੌਰਵਾਂ ਪਾਂਡਵਾਂ ਵੇਲੇ, ਧ੍ਰਿਤਰਾਸ਼ਟਰ ਵੇਲੇ
ਜਾਂ ਹੋਰ ਕੁਝ ਧਾਰਮਿਕ ਅਕੀਦੇ ਨਾਲ ਜੁੜੀਆਂ ਹੋਈਆਂ ਨੇ ਵੀ ਉਹਦਾ ਕਿਸੇ ਦਾ ਸਰੀਰ ਉੱਪਰਲਾ ਪਾਸਾ ਲਾਤਾ, ਕਿਸੇ ਦਾ ਹੇਠਲਾ ਪਾਸਾ ਲਾਤਾ, ਆਪਾਂ ਨਾਮ ਕਾਹਨੂੰ ਲੈਣਾ ਉਸ ਚੀਜ਼ ਦਾ, ਹੈ ਨਾ। ਜਦੋਂ ਇਹ ਗੱਲਾਂ ਦੀ ਅਸੀਂ ਜਾ ਕੇ ਪੜਤਾਲ ਕਰਦੇ ਹਾਂ ਤਾਂ ਕੋਈ ਵੀ ਪ੍ਰਮਾਣ ਨਹੀਂ ਮਿਲਦਾ ਕਿ ਇਹ ਗੱਲਾਂ ਸੱਚੀਆਂ ਨੇ। ਇਹ ਮੋਸਟਲੀ ਕਲਪਿਤ ਗੱਲਾਂ ਨੇ। ਜਾਣ ਬੁੱਝ ਕੇ ਇਹਨਾਂ ਗੱਲਾਂ ਨੂੰ ਗਲਤ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਯੂਨੀਵਰਸਿਟੀ ਆ, ਉੱਥੇ ਉਹਨਾਂ ਨੇ ਵਿਗਿਆਨ ਦੀ ਕੋਈ ਕਾਨਫਰੰਸ ਕੀਤੀ ਸੀ। ਉਹਦੇ ਵਿੱਚ ਸਾਊਥ ਦੇ ਇੱਕ ਵਾਈਸ ਚਾਂਸਲਰ ਵੱਲੋਂ ਇਹੀ ਤੁਹਾਡੇ ਵਾਲੀਆਂ ਗੱਲਾਂ ਆਪਣੇ ਬਿਆਨ 'ਚ ਕੋਟ ਕੀਤੀਆਂ ਗਈਆਂ। ਤਾਂ ਉਹਦੇ ਵਿੱਚ ਵਧੀਆ ਗੱਲ ਇਹ ਹੋਈ ਕਿ ਜਿਹੜੀ ਉੱਥੇ ਦੀ ਪ੍ਰਬੰਧਕੀ ਕਮੇਟੀ ਸੀ, ਉਹਨਾਂ ਨੇ ਵਿੱਚੋਂ ਹੀ ਟੋਕ ਕੇ ਉਹਨਾਂ ਦਾ ਲੈਕਚਰ ਬੰਦ ਕਰਵਾਇਆ ਵੀ ਤੁਸੀਂ ਅੰਧ ਵਿਸ਼ਵਾਸੀ ਗੈਰ ਵਿਗਿਆਨਕ ਗੱਲਾਂ ਨਾ ਕਰੋ। ਤੇ ਅੱਗੇ ਤੋਂ ਉਹਨਾਂ ਨੇ ਮਤਾ ਪਾਸ ਕੀਤਾ ਕਿ ਜੋ ਵੀ ਇੱਥੋਂ ਸਾਡੇ ਫੰਕਸ਼ਨ ਦੇ ਵਿੱਚ ਕੋਈ ਲੈਕਚਰ ਹੋਇਆ ਕਰੂਗਾ, ਅਸੀਂ ਪਹਿਲਾਂ ਸਾਰੇ ਕੰਟੈਂਟਸ ਦੇਖਿਆ ਕਰਾਂਗੇ। ਕਹਿਣਾ ਕੀ ਚਾਹੁੰਦਾ ਬੰਦਾ, ਇਹ ਨਹੀਂ ਵੀ ਜੇ ਮੈਂ ਲਾਈਵ ਗੱਲ ਕਰਦਾ ਜੋ ਮਰਜ਼ੀ ਗੱਲ ਕਰਦੀ ਹੈ ਦਰਸ਼ਕਾਂ ਦੇ ਸਾਹਮਣੇ, ਨਹੀਂ, ਉਹ ਪਹਿਲਾਂ ਉਹਨਾਂ ਨੂੰ ਪਤਾ ਹੋਊਗਾ। ਤੇ ਇਸ ਤੋਂ ਇਹ ਗੱਲ ਵੀ ਸਾਬਤ ਹੁੰਦੀ ਆ ਕਿ ਉੱਥੇ ਦੀਆਂ ਭਾਰਤ ਦੀਆਂ ਵਿਗਿਆਨਕ ਸੰਸਥਾਵਾਂ ਨੇ ਵੀ ਇਹਨਾਂ ਵਿਚਾਰਾਂ ਨੂੰ ਰੱਦ ਕੀਤਾ, ਇਹਨਾਂ ਦਾ ਖੰਡਨ ਕੀਤਾ। ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਆਪਾਂ ਆਉਂਦੇ ਹਾਂ ਜੀ ਤਰਕਸ਼ੀਲਤਾ ਤੇ। ਮੁੱਢਲੇ ਲੈਵਲ ਤੇ ਕੀ ਤਰਕਸ਼ੀਲਤਾ ਜਿਹਨੂੰ ਕਹਿੰਦੇ ਆ, ਇਹ ਚੀਜ਼ ਕੀ ਆ ਤਰਕਸ਼ੀਲਤਾ? ਕੀ ਆਮ ਬੰਦਾ ਤਰਕਸ਼ੀਲ ਬਣ ਸਕਦਾ? ਕੀ ਇਹ ਤਰਕਸ਼ੀਲਤਾ ਆਮ ਬੰਦੇ ਦੇ ਕੰਮ ਢੰਗ 'ਚ ਉਹਨੂੰ ਸੋਹਣੀ ਵਧੀਆ ਜ਼ਿੰਦਗੀ ਜਿਉਣ ਦੇ ਵਿੱਚ ਕੋਈ ਹੈਲਪ ਕਰਦੀ ਹੈ, ਕਿ ਜਾਂ ਇਹ ਤਰਕਸ਼ੀਲ ਆ ਜਿਹੜੇ ਇਹ ਜਿਵੇਂ ਹਿੰਦੂ, ਸਿੱਖ, ਮੁਸਲਮਾਨ, ਡੇਰਾ ਪ੍ਰੇਮੀ ਤੇ ਬਿਆਸਾ ਵਾਲਾ ਜਿਹੜਾ ਡੇਰਾ, ਉਹਦੇ ਚੇਲੇ ਹੋ ਕੇ ਇੱਕ ਅੱਡ ਗਰੁੱਪ ਤਾਂ ਨਹੀਂ ਬਣ ਗਿਆ? ਸੱਚੀ ਮੁੱਚੀ ਲਾਈਫ ਦੇ ਵਿੱਚ ਇਹਦਾ ਕੀ ਰੋਲ ਆ? ਤਰਕਸ਼ੀਲ ਸ਼ਬਦ ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ, ਤਰਕ ਅਤੇ ਸ਼ੀਲ। ਤਰਕ ਦਾ ਮਤਲਬ ਦਲੀਲ, ਲੌਜਿਕ। ਸ਼ੀਲ ਮਤਲਬ ਇੱਕ ਵਿਚਾਰਧਾਰਾ ਜਿਹੜਾ ਦਲੀਲ ਜਾਂ ਲੌਜਿਕ ਦੇ ਨਾਲ ਸੋਚ ਕੇ ਆਪਣੀ ਜ਼ਿੰਦਗੀ ਨੂੰ ਜਿਉਂਦਾ। ਇਹ ਤਾਂ ਹੋ ਗਿਆ ਤਰਕਸ਼ੀਲ ਦਾ ਮਤਲਬ। ਕੋਈ ਵੀ ਵਿਅਕਤੀ ਤਰਕਸ਼ੀਲ ਬਣ ਸਕਦਾ ਹੈ ਜਿਹੜਾ ਆਪਣੇ ਦਿਮਾਗ ਨਾਲ ਸੋਚ ਕੇ ਫੈਸਲੇ ਲਵੇ। ਚਾਹੇ ਕਿਤੇ ਕੁਝ ਵੀ ਲਿਖਿਆ ਹੋਵੇ, ਕਿਸੇ ਨੇ ਕੁਝ ਵੀ ਕਿਹਾ ਹੋਵੇ, ਉਹਨੂੰ ਲਕੀਰ ਦਾ ਫਕੀਰ ਹੋ ਕੇ ਨਾ ਮੰਨੇ। ਜਿਵੇਂ ਹਿੰਦੀ ਦਾ ਮੁਹਾਵਰਾ ਹੈ, ਪਹਿਲੇ ਜਾਣੋ ਫਿਰ ਮਾਨੋ। ਜੇ ਉਸ ਕਸਪੱਡੀ ਦੇ ਉੱਤੇ ਬੰਦਾ ਹਰੇਕ ਗੱਲ ਨੂੰ ਪਰਖਦਾ, ਚਾਹੇ ਕੋਈ ਰਿਵਾਜ ਹੈ, ਰਸਮ ਹੈ, ਕੋਈ ਲਿਖੀ ਹੋਈ ਬੋਲੀ ਹੋਈ ਗੱਲ ਹੈ, ਤਾਂ ਉਹ ਬੰਦਾ ਤਰਕਸ਼ੀਲਤਾ ਦੇ ਰਸਤੇ ਪੈ ਜਾਂਦਾ। ਜਦੋਂ ਕੋਈ ਵਿਅਕਤੀ ਤਰਕਸ਼ੀਲ ਬਣ ਜਾਂਦਾ ਹੈ, ਉਹਨੂੰ ਇੰਨਾ ਜ਼ਿਆਦਾ ਲਾਭ ਹੁੰਦਾ, ਉਹਦੀ ਜ਼ਿੰਦਗੀ ਇੰਨੀ ਜ਼ਿਆਦਾ ਸੌਖੀ ਹੋ ਜਾਂਦੀ ਹੈ ਕਿ ਆਮ ਬੰਦਾ ਕਲਪਨਾ ਨਹੀਂ ਕਰ ਸਕਦਾ। ਕਿ ਆਮ ਬੰਦਾ ਸੋਚਦਾ ਹੈ ਤਰਕਸ਼ੀਲ ਬਣ ਕੇ ਰੱਬ ਤੋਂ ਬਿਨਾਂ ਸਾਡਾ ਕੀ ਬਣੂਗਾ। ਉਹ ਰੱਬ ਨੂੰ ਪਿਆਰ ਪੂਰ ਨਹੀਂ ਕਰਦੇ, ਰੱਬ ਤੋਂ ਸਿਰਫ ਡਰਦੇ ਨੇ। ਤੇ ਉਹਨਾਂ ਦਾ ਆਤਮ ਵਿਸ਼ਵਾਸ ਇੰਨਾ ਘੱਟ ਹੁੰਦਾ ਹੈ ਕਿ ਉਹ ਤਰਕਸ਼ੀਲ ਬਣਨ ਵਾਸਤੇ ਪਹਿਲਾਂ ਮਾਨਸਿਕ ਤੌਰ ਤੇ ਡਰੇ ਹੁੰਦੇ ਨੇ। ਪਰ ਜਦੋਂ ਬਣ ਜਾਂਦੇ ਨੇ, ਸਭ ਤੋਂ ਪਹਿਲਾਂ ਤਾਂ ਜਿੰਨੇ ਧਾਰਮਿਕ ਚੰਦੇ, ਧਾਰਮਿਕ ਖੰਡ ਪਾਠਾਂ ਤੇ ਪੂਜਾ ਪਾਠਾਂ ਤੇ ਇਹਨਾਂ ਦੇ ਜਿਹੜੇ ਪੈਸੇ ਲੱਗਦੇ ਨੇ, ਆਮ ਸਧਾਰਨ ਪਰਿਵਾਰ ਦਾ ਤਕਰੀਬਨ 50,000 ਤੋਂ ਲੈ ਕੇ 2-3 ਲੱਖ ਰੁਪਏ ਇੱਕ ਸਾਲ ਦਾ ਖਰਚ ਹੁੰਦਾ ਆਪਣੇ ਇੰਡੀਆ ਦਾ। ਇੱਥੇ ਥੋੜੇ ਡਾਲਰਾਂ ਪਾਉਂਡਾਂ 'ਚ ਖਰਚ ਹੁੰਦੇ ਨੇ, ਸਿੱਧੇ ਉਹ ਬਚ ਗਏ। ਠੀਕ ਹੈ ਜੀ। ਫਿਰ ਉਹਨਾਂ ਨੇ ਕੋਈ ਨਾ ਕੋਈ ਧਾਰਮਿਕ ਯਾਤਰਾ ਕਰਨੀ ਹੁੰਦੀ ਆ, ਉਹ ਤੇ ਵੀ 20-50 ਹਜ਼ਾਰ ਖਰਚ ਹੁੰਦਾ ਹੈ। ਤੇ ਆਪਾਂ ਨੂੰ ਪਤਾ ਹੈ ਕਿ ਉੱਥੇ ਦੀ ਜੋ ਆਵਾਜਾਈ ਦੀ ਹਾਲਤ ਹੈ, ਕਿੰਨੇ ਸੜਕਾਂ ਦੇ ਉੱਤੇ, ਰੇਲਾਂ ਦੇ ਵਿੱਚ ਹਾਦਸੇ ਹੁੰਦੇ ਨੇ ਸੜਕਾਂ ਤੇ ਭੀੜ ਵਧਣ ਕਰਕੇ। ਅਸੀਂ ਕਈ ਵਾਰੀ ਸਰੀਰਕ ਤੌਰ ਤੇ ਵੀ ਪਰ ਇਹ ਧਾਰਮਿਕ ਯਾਤਰਾ ਤੋਂ ਉਹ ਆਊਟਿੰਗ ਵਾਸਤੇ ਕਰਦੇ ਨੇ, ਮਨੋਰੰਜਨ ਵੀ ਕਰਦੇ ਨੇ ਜਾਂਦੇ ਆਉਂਦੇ। ਤੇ ਉਹ ਰੀਅਲੀ ਉਹ ਜੇ ਆਪਾਂ ਕਹੀਏ ਵੀ ਉੱਥੇ ਧਰਮ ਨੂੰ ਮੰਨਣ ਵਾਲੇ ਲੋਕ ਜਾਂਦੇ ਨੇ ਜਾਂ ਵਿਸ਼ਵਾਸ ਵਾਲੇ ਜਾਂਦੇ ਨੇ, ਮੌਜ ਮੇਲਾ ਕਰਨ ਜਾਂਦੇ ਨੇ? ਨਹੀਂ, ਮੌਜ ਮੇਲਾ ਕਰਨ ਵਾਸਤੇ ਹੋਰ ਬੜੀਆਂ ਥਾਵਾਂ ਨੇ, ਹੋਰ ਬੜੇ ਮੌਕੇ ਨੇ। ਇਹ ਕੀ ਹੋਇਆ ਫਲਾਣਾ ਸਾਡਾ ਪਰਵ ਆ ਗਿਆ, ਉਸੇ ਵੇਲੇ ਵਹੀਰਾਂ ਕੱਤਣੀਆਂ ਨੇ। ਸਾਲ ਦੇ 12 ਮਹੀਨੇ ਨੇ, ਵਾਰੀ ਜਾਇਆ ਜਾਵੇ ਤਾਂ ਸੜਕਾਂ ਤੇ ਰਸ਼ ਵੀ ਘਟੇ। ਸੋ ਉਹ ਜਿਹੜੀ ਸਾਡੀ ਜਾਨ ਦੇ ਉੱਤੇ ਹਮੇਸ਼ਾ ਤਣੀ ਰਹਿੰਦੀ ਹੈ, ਪਤਾ ਨਹੀਂ ਕਿਹੜੇ ਵੇਲੇ ਰੋਡ ਐਕਸੀਡੈਂਟ ਦਾ ਅਸੀਂ ਸ਼ਿਕਾਰ ਬਣ ਜਾਵਾਂਗੇ। ਉਹ ਤੋਂ ਤਰਕਸ਼ੀਲ ਵਿਅਕਤੀ ਬਚ ਜਾਂਦਾ ਹੈ। ਸਮਾਜ ਦੇ ਵਿੱਚ ਉਹਦੀ ਇੱਕ ਪਹਿਚਾਣ ਬਣਦੀ ਹੈ ਆਮ ਲੋਕਾਂ ਦੇ ਵਿੱਚ ਵੀ ਇਹ ਤਰਕਸ਼ੀਲ ਹੈ। ਤੇ ਜਦੋਂ ਕਿਸੇ ਦੇ ਘਰੇ ਕੋਈ ਮਾਨਸਿਕ ਸਮੱਸਿਆ ਆ ਗਈ, ਕਿਸੇ ਵਿਅਕਤੀ ਨੂੰ ਕੋਈ, ਜਾਂ ਕਿਸੇ ਦੇ ਕੋਈ ਟੂਣੇ ਟਾਣੇ ਵਾਲੀਆਂ ਇਸ ਤਰ੍ਹਾਂ ਗੱਲਾਂ ਆ ਗਈਆਂ, ਕੋਈ ਜੋਤਸ਼ੀ ਨੇ ਕਿਸੇ ਨੂੰ ਗੁੰਮਰਾਹ ਕਰ ਲਿਆ, ਤਾਂਤਰਿਕ ਨੂੰ ਗੁੰਮਰਾਹ ਕਰ ਲਿਆ, ਤਾਂ ਉਹ ਆ ਕੇ ਤਰਕਸ਼ੀਲਾਂ ਦੀ ਮਦਦ ਲੈਂਦੇ ਨੇ। ਲੇਕਿਨ ਜਿਹੜਾ ਤਰਕਸ਼ੀਲ ਬੰਦਾ ਹੁੰਦਾ ਹੈ, ਉਹਨੂੰ ਕੋਈ ਜੋਤਸ਼ੀ, ਤਾਂਤਰਿਕ, ਵਾਸਤੂ ਸ਼ਾਸਤਰ ਵਾਲਾ ਕਦੇ ਗੁੰਮਰਾਹ ਨਹੀਂ ਕਰ ਸਕਦਾ। ਮੈਂ ਕਿਹਾ ਐਡੂ ਵਧੀਆ ਜ਼ਿੰਦਗੀ ਕਿੱਥੇ ਹੋ ਸਕਦੀ ਹੈ ਤਰਕਸ਼ੀਲ ਬਣ ਕੇ। ਪਰ ਇੱਕ ਮੇਰਾ ਸਵਾਲ ਹੋਰ ਹੈ ਇਹਦੇ ਨਾਲ ਹੀ, ਤੁਸੀਂ ਕਹਿੰਦੇ ਤਰਕਸ਼ੀਲ ਦੀ ਜ਼ਿੰਦਗੀ ਬਹੁਤ ਵਧੀਆ ਹੁੰਦੀ ਹੈ, ਪਰ ਜਿਹੜੇ ਉਹਨੂੰ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ, ਵੀ ਹਰ ਇੱਕ ਗੱਲ ਤੇ ਕਿੰਤੂ ਕਰਨਾ ਤੇ ਉਸ ਦਾ ਜਵਾਬ ਲੱਭਣਾ, ਦਲੀਲਾਂ ਲੱਭਣੀਆਂ, ਖੋਜ ਕਰਨੀ, ਉਹਦਾ ਜਿਹੜਾ ਨਾਰਮਲ ਲਾਈਫ ਦਾ ਜਿਹੜਾ ਕੰਮਕਾਰ ਆ ਉਹ ਡਿਸਟਰਬ ਹੋ ਕੇ ਉਹਦਾ ਫੋਕਸ ਇੱਧਰ ਨੂੰ ਹੋ ਜਾਂਦਾ ਵੀ ਦੁਨੀਆ ਕਿਵੇਂ ਬਣੀ। ਲੋਕ ਐਡੀ ਵੱਡੀ ਬਹੁ ਗਿਣਤੀ ਦੇ ਵਿੱਚ ਧਰਮਾਂ ਨੂੰ ਮੰਨਦੇ ਨੇ, ਪਾਠ ਪੂਜਾ ਕਰਦੇ ਨੇ, ਮੱਥੇ ਘਸਾਉਂਦੇ ਨੇ, ਡੰਡੌਤਾਂ ਕਰਦੇ ਨੇ, ਵੀ ਕੀ ਫਿਰ ਐਵੇਂ ਹੀ ਆ ਸਾਰਾ ਕੁਝ? ਇਸ ਚੱਕਰ ਦੇ ਵਿੱਚ ਉਹਦਾ ਜਿਹੜਾ ਜ਼ਿੰਦਗੀ ਦਾ ਵੱਡਾ ਹਿੱਸਾ ਹੈ, ਜਿਹੜਾ ਪੋਟੈਂਸ਼ੀਅਲ ਆ, ਜਿਹੜਾ ਕਿਸੇ ਹੋਰ ਪਾਸੇ ਲੱਗ ਸਕਦਾ, ਉਹ ਇੱਧਰ ਨੂੰ ਸੋਚਣ ਲੱਗਦਾ। ਇਸ ਪ੍ਰੋਸੈਸ ਦੇ ਵਿੱਚੋਂ ਉਹਦੇ ਨਾਲ ਘਰ ਤੋਂ ਸ਼ੁਰੂਆਤ ਹੁੰਦੀ ਹੈ, ਉਹਦਾ ਵਿਰੋਧ ਹੋਣਾ ਸ਼ੁਰੂ ਹੁੰਦਾ। ਉਹਦੇ ਮਾਂ ਪਿਓ ਕਹਿੰਦਾ ਤੂੰ ਚੰਗੇ ਪਾਸੇ ਤੁਰ ਲਾ, 4 ਪੈਸੇ ਕਮਾ ਲਾ, ਤੇਰੇ 'ਚ ਇੰਨਾ ਪੋਟੈਂਸ਼ੀਅਲ ਆ, ਤੂੰ ਪੜ੍ਹ ਲਿਖ ਜਾਏਗਾ। ਹੋਰ
ਆਲਾ ਦੁਆਲਾ, ਆਂਢ ਗੁਆਂਢ ਤੇ ਉਸ ਤੋਂ ਬਾਅਦ ਸਮਾਜ। ਮਤਲਬ ਇੱਕ ਜਿਵੇਂ ਹੁੰਦਾ ਨਾ ਆਡ ਵਨ ਆਊਟ, ਜਿਵੇਂ 4 ਸਵਾਲ ਹੁੰਦੇ ਸੀ ਵੀ ਆਹ ਤਰਕਸ਼ੀਲ, ਉਹ ਤਾਂ ਆਡ ਵਨ ਆਊਟ ਆ, ਚਲੋ ਛੱਡੋ, ਹੈ ਨਾ। ਮਤਲਬ ਉਹ ਸਿੰਗਲ ਆਊਟ ਕਰਕੇ ਉਹਨੂੰ ਪਾਸੇ ਕਰ ਦਿੱਤਾ ਜਾਂਦਾ। ਅੱਛਾ, ਜਦੋਂ ਇਹ ਆਹ ਵਾਲੀ ਗੱਲ ਆ ਨਾ ਜਿਹੜੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਲੀ, ਇਹ ਇੱਕ ਸਟੇਜ ਤੋਂ ਬਾਅਦ ਸਟੇਜ ਆਉਂਦੀ ਆ ਜਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਅਸੀਂ ਤਾਂ ਪੁੱਠੇ ਰਾਹ ਤੁਰਦੇ ਫਿਰਦੇ ਰਹੇ, ਉਸ ਤੋਂ ਬਾਅਦ ਸਟੇਜ ਆਉਂਦੀ। ਪਰ ਉਹ ਜਿਹੜਾ ਇੱਕ ਸਟ੍ਰੈਸਫੁਲ ਪ੍ਰੋਸੈਸ ਆ ਉਹਦੇ ਜਿਹਨੂੰ ਲੰਘਣਾ ਪੈਂਦਾ, ਕੀ ਆਮ ਬੰਦਾ ਇਸ ਪ੍ਰੋਸੈਸ 'ਚ ਲੰਘ ਸਕਦਾ? ਵੀ ਮੈਂ ਜਦੋਂ ਜਨਮ ਲਿਆ ਬਿਲਕੁਲ ਆਮ ਬੱਚਾ ਸੀਗਾ, ਮੈਨੂੰ ਵੀ ਧਰਮ ਦੀ ਪੁੱਠ ਪਾਈ ਗਈ ਸੀ। ਮੈਂ 8ਵੀਂ 9ਵੀਂ 10ਵੀਂ ਕਲਾਸ ਤੱਕ ਰੋਜ਼ ਪਾਠ ਕਰਨ ਵਾਲਾ ਸੀ ਜਪਜੀ ਸਾਹਿਬ ਦਾ। ਮੈਂ ਸਿੱਖ ਧਰਮ ਨੂੰ ਮੰਨਣ ਵਾਲੇ ਪਰਿਵਾਰ ਵਿੱਚ ਪੈਦਾ ਹੋਇਆ ਸੀਗਾ। ਪਰ ਜਦੋਂ ਮੈਂ ਕਾਲਜ ਦੇ ਵਿੱਚ ਪ੍ਰਵੇਸ਼ ਕੀਤਾ, ਮੇਰੇ ਕਿਸੇ ਦੋਸਤ ਨੇ ਕਿਹਾ ਪਿਆ ਇੱਕ ਡਾਕਟਰ ਕਾਬੂਰ ਦੀ ਲਿਖੀ ਹੋਈ ਕਿਤਾਬ ਹੈ ਦੇਵਪੁਰਸ਼ ਹਾਰ ਕੇ, ਕਹਿੰਦਾ ਲਾਲੀ ਉਹਨੂੰ ਜ਼ਰੂਰ ਪੜ੍ਹੀ। ਮੈਂ ਉਹ ਕਿਤਾਬ ਪੜ੍ਹੀ। ਉਹ ਕਿਤਾਬ ਨੇ ਤਾਂ ਮੇਰੇ ਬੰਦ ਪਏ ਦਿਮਾਗ ਦੇ ਕਪਾੜ ਖੋਲਤੇ। ਉਹ ਮੈਂ ਦੇਖਿਆ ਜੇ ਉਹ ਗੱਲਾਂ ਕਿਤਾਬ 'ਚ ਲਿਖੀਆਂ ਉਹਨਾਂ ਤਾਂ ਅੱਜ ਕੱਲ੍ਹ ਤੱਕ ਮੈਂ ਨਾ ਪੜ੍ਹੀਆਂ ਨਾ ਸੁਣੀਆਂ। ਤੇ ਉਹਦੇ ਵਿੱਚ ਛੋਟੀ ਜਿਹੀ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਦੀ ਗੱਲ ਸਾਂਝੀ ਕਰਨੀ ਚਾਹੂੰਗਾ। ਵੈਸੇ ਤੇ ਉਹਦੇ ਮੁਤਾਬਕ ਮੈਂ ਬੜੇ ਤਜਰਬੇ ਕੀਤੇ। ਉਹ 'ਚ ਲਿਖਿਆ ਹੋਇਆ ਸੀ ਵੀ ਜਿੰਨੀਆਂ ਵੀ ਇਮਾਰਤਾਂ ਬਣੀਆਂ ਹੁੰਦੀਆਂ ਸਾਰੀਆਂ ਮਟੀਰੀਅਲ ਦੇ ਬਣੀਆਂ ਹੁੰਦੀਆਂ ਨੇ। ਉਸੇ ਮਟੀਰੀਅਲ ਦੇ ਨਾਲ ਚਾਹੇ ਤੁਸੀਂ ਮਕਾਨ ਬਣਾ ਲਓ, ਚਾਹੇ ਮੋਟਰ ਵਾਲਾ ਕੋਠਾ ਬਣਾ ਲਓ, ਚਾਹੇ ਸੜਕ ਤੇ ਕਮਰਾ ਬਣਾ ਲਓ, ਚਾਹੇ ਕੋਈ ਧਾਰਮਿਕ ਸਥਾਨ ਬਣਾ ਲਓ। ਤੇ ਵੀ ਸਾਰਿਆਂ ਦੇ ਵਿੱਚ ਇੱਕੋ ਜਿਹੀ ਮਟੀਰੀਅਲ ਦੀ ਪ੍ਰੋਸੈਸ ਚੋਂ ਨਿਕਲ ਕੇ ਉੱਥੇ ਪੱਠੇ ਚੋਂ ਨਿਕਲ ਕੇ ਇੱਟਾਂ ਬਣਦੀਆਂ ਨੇ। ਬਿਲਕੁਲ। ਤੇ ਇਸੇ ਪ੍ਰੋਸੈਸ ਵਿੱਚੋਂ ਸਾਰੀਆਂ ਧਾਰਮਿਕ ਇਮਾਰਤਾਂ ਨਿਕਲਦੀਆਂ ਨੇ। ਸਾਡੇ ਆਪਣੇ ਖੇਤ ਇੱਕ ਸਮਾਧ ਬਣੀ ਹੁੰਦੀ ਸੀਗੀ, ਬਚਪਨ ਤੋਂ ਮੱਥੇ ਟੇਕਦੇ ਸੀ, ਲੱਸੀ ਪਾਉਂਦੇ ਸੀ ਮੱਸਿਆ ਨੂੰ, ਹੋਰ ਦੀਵੇ ਦੂਵੇ ਲਾਉਂਦੇ ਸੀਗੇ। ਮੈਂ ਕਿਹਾ ਫਿਰ ਸਾਡੇ ਖੇਤ ਦੇ ਵਿੱਚ ਵੀ ਬਣੀ ਹੋਈ, ਫਿਰ ਤਾਂ ਉਹਦੇ ਵਿੱਚ ਵੀ ਨਹੀਂ ਕੋਈ ਇਹੋ ਜਿਹੀ ਗੈਬੀ ਤਾਕਤ। ਮੈਂ ਜੇ ਕੀ ਕੀਤਾ, 6 ਮਹੀਨੇ ਤਜਰਬੇ ਕੀਤੇ। ਸਕੂਲੋਂ ਆ ਕੇ ਜਦੋਂ ਐਤਵਾਰ ਨੂੰ ਛੁੱਟੀ ਹੁੰਦੀ ਸੀ, ਹਰ ਹਫ਼ਤੇ ਚੱਲ ਜਾ ਕਰਾਂ, ਕਦੇ ਛੋਟੀ ਲੋੜੀ ਮਾਰਿਆ ਕਰਾਂ, ਕਦੇ ਵੱਡੀ ਮਾਰਿਆ ਕਰਾਂ। ਹੌਲੀ ਹੌਲੀ ਇੱਟ ਮਾਰਨ ਤੱਕ ਪਹੁੰਚ ਗਿਆ ਮੈਂ। ਉਹਦੇ ਵਿੱਚੋਂ ਕੋਈ ਤਾਕਤ ਨਿਕਲ ਕੇ ਮੇਰਾ ਨੁਕਸਾਨ ਨਹੀਂ ਕਰ ਸਕੀ, ਜਦੋਂ ਅਸੀਂ ਡਰਦੇ ਹੁੰਦੇ ਸੀਗੇ। ਫਿਰ ਇੱਕ ਦਿਨ ਮੈਂ ਉਹਨੂੰ ਪੱਟ ਕੇ, ਕੋਲੇ ਸਾਡਾ ਪੁਰਾਣਾ ਖੂਹ ਹੁੰਦਾ ਸੀਗਾ, ਕਿਉਂਕਿ ਹੁਣ ਤਾਂ ਖੂਹ ਰਹੀ ਨਹੀਂ ਪੰਜਾਬ ਦੇ ਵਿੱਚ, ਪੁਰਾਣੇ ਖੂਹ ਦੇ ਵਿੱਚ ਸਿੱਟਤੀ। 6 ਮਹੀਨੇ ਪ੍ਰੋਸੈਸ ਚੱਲਦਾ ਰਿਹਾ। ਉਸ 6 ਮਹੀਨਿਆਂ ਦੇ ਵਿੱਚ ਮੇਰੇ ਐਗਜ਼ਾਮ ਵੀ ਹੋਏ, ਸੰਬੰਧਿਤ ਕਲਾਸ ਦੇ ਮੈਂ ਪਾਸ ਵੀ ਹੋਇਆ। ਘਰੇ ਮੈਂ ਪਤਾ ਨਹੀਂ ਲੱਗਣ ਦਿੱਤਾ। 6 ਮਹੀਨਿਆਂ ਬਾਅਦ ਜਦੋਂ ਘਰੇ ਪਤਾ ਲੱਗਿਆ ਵੀ ਉੱਥੇ ਸਮਾਧ ਹੀ ਨਹੀਂ ਹੈਗੀ, ਮੱਥਾ ਕਿਹਨੂੰ ਟੇਕੀਏ, ਉਹ ਫਿਰ ਉਹਨਾਂ ਨੇ ਨਵੀਂ ਬਣਾਤੀ। ਉਹ ਡਰੇ ਹੋਏ ਸਮਾਧ ਬਣਾਏ ਸਾਡੇ ਘਰ ਦੇ, ਤੇ ਮੈਂ ਪਰੇ ਖੜਾ ਹੱਸ ਰਿਹਾ ਸੀਗਾ ਵੀ ਜੀ ਤੂੰ ਡਰੀ ਜਾਂਦੇ ਤਾਂ ਮੈਂ ਹੀ ਢਾਈ ਸੀਗੀ। ਮੈਂ ਦੁਬਾਰੇ ਫੇਰ ਢਾਤੀ। ਤੇ ਪਹਿਲਾਂ ਘਰਦਿਆਂ ਨੇ ਮੇਰਾ ਵਿਰੋਧ ਕੀਤਾ, ਤੂੰ ਇਹ ਕੀ ਕੀਤਾ? ਫਿਰ ਮੈਂ ਕਿਹਾ ਮੈਂ 6 ਮਹੀਨੇ ਤੋਂ ਲੱਗਿਆ ਹੋਇਆ। ਆਹ ਕਿਤਾਬ ਪਈ ਹੈ, ਇਹ 'ਚ ਲਿਖਿਆ ਹੈ ਵੀ ਸਾਰੀਆਂ ਮਟੀਰੀਅਲ ਦੀ ਚੀਜ਼ਾਂ ਬਣੀਆਂ ਹੁੰਦੀਆਂ ਨੇ। ਅਸੀਂ ਸੋਚਦੇ ਕੀ ਹਾਂ ਕਿਸੇ ਬਿਲਡਿੰਗ ਬਾਰੇ? ਇਹ ਸਾਡੇ ਮਾਈਂਡ ਸੈਟਅਪ ਦੀ ਗੱਲ ਹੈ। ਜੇ ਅਸੀਂ ਸੋਚ ਲਿਆ ਕਿ ਇਹ ਆਮ ਇਮਾਰਤ ਹੈ, ਸਾਡੇ ਵਾਸਤੇ ਆਮ ਹੈ, ਜੇ ਅਸੀਂ ਕਹਿਦਾ ਵੀ ਨਹੀਂ ਇਹਦੇ ਵਿੱਚ ਕੋਈ ਸ਼ਕਤੀ ਆ, ਉਹ ਤੁਸੀਂ ਡਰਨ ਲੱਗ ਜਾਂਦੇ ਹੋ। ਸਾਡੀ ਸਾਰੀ ਮਾਈਂਡ ਸੈਟਅਪ ਦੀ ਗੱਲ ਹੈ। ਜਿਹੜੇ ਤਰਕਸ਼ੀਲ ਹੁੰਦੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਬੜੇ ਸੋਹਣੇ ਚੰਗੇ ਕੰਮ ਕੀਤੇ ਆ, ਲੋਕਾਂ ਦੇ ਵਿੱਚ ਅਵੇਅਰਨੈਸ ਲਿਆਂਦੀ ਆ। ਜਾਦੂ ਟੂਣੇ ਭੂਤ ਪ੍ਰੇਤਾਂ ਲੋਕਾਂ ਦਾ ਇਹਨਾਂ ਵੱਲ ਧਿਆਨ ਸੀ ਜ਼ਿਆਦਾ, ਉਹ ਮੋੜਿਆ। ਮਾਨਸਿਕ ਰੋਗੀਆਂ ਦਾ ਮੇਰੇ ਖਿਆਲ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਮਾਨਸਿਕ ਰੋਗੀ ਹੋਣਗੇ ਜਿਨ੍ਹਾਂ ਦਾ ਉਹਨਾਂ ਨੇ ਫ੍ਰੀ ਟ੍ਰੀਟਮੈਂਟ ਕੀਤਾ। ਟ੍ਰੀਟਮੈਂਟ ਨਹੀਂ ਕਰਦੇ, ਅਸੀਂ ਸੁਝਾਅ ਦਿੰਦੇ ਉਹਨਾਂ ਨੂੰ, ਚੇਤਨਾ ਫੈਲਾਉਂਦੇ ਆ, ਤਾਂ ਜੋ ਜੇ ਤਾਂ ਉਹਨਾਂ ਨੂੰ ਸਿਰਫ ਕਿਸੇ ਸਾਈਕੈਟ੍ਰਿਸਟ ਦੀ ਜ਼ਰੂਰਤ ਹੈ, ਫਿਰ ਤਾਂ ਅਸੀਂ ਉੱਧਰ ਉਹਨਾਂ ਨੂੰ ਰੈਫਰ ਕਰਦੇ ਹਾਂ, ਤੁਸੀਂ ਦਵਾਈ ਲਓ ਜਾ ਕੇ। ਜੇ ਕਿਸੇ ਸਾਈਕੋਲੋਜਿਸਟ ਦੀ ਲੋੜ ਹੈ, ਕਾਉਂਸਲਿੰਗ ਦੀ ਲੋੜ ਹੈ, ਤਾਂ ਅਸੀਂ ਸਾਈਕੋਲੋਜਿਸਟ ਕੋਲੇ ਭੇਜਦੇ ਹਾਂ, ਤੇ ਉਹਨਾਂ ਸਾਈਕੋਲੋਜਿਸਟ ਨਾਲ ਸਾਡਾ ਸੰਪਰਕ ਬਣਿਆ ਹੋਇਆ। ਤੇ ਅਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਦੂ ਟੂਣੇ ਤਾਂਤਰਿਕਾਂ ਵਾਲਿਆਂ ਕੋਲ ਜਾਣ ਤੋਂ ਬਚਾਉਂਦੇ ਆ ਕਿ ਉਹ ਇਹਨਾਂ ਨੂੰ ਉਪਰੀਆਂ ਕਸਰਾਂ ਦੇ ਨਾਂ ਤੇ ਇਹਨਾਂ ਦਾ ਸਰੀਰਕ ਆਰਥ ਤੇ ਮਾਨਸਿਕ ਸ਼ੋਸ਼ਣ ਨਾ ਕਰਨ। ਤੇ ਇਸ ਪ੍ਰੋਸੈਸ ਦੇ ਵਿੱਚ ਲੰਘਦੇ ਹੋਏ ਅਸੀਂ ਪੰਜਾਬ ਦੇ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ। ਤੇ ਹੁਣ ਪੰਜਾਬ ਦੇ ਵਿੱਚ ਤਰਕਸ਼ੀਲ ਸਿਟੀ ਦਾ ਬਹੁਤ ਵੱਡਾ ਨਾਮ ਬਣਿਆ ਹੋਇਆ। ਜਦੋਂ ਕਿਸੇ ਦੇ ਕੋਈ ਘਰ ਦੇ ਪਰਿਵਾਰ ਦੇ ਮੈਂਬਰ ਨੂੰ ਕੋਈ ਮਾਨਸਿਕ ਮੁਸ਼ਕਲ ਆਉਂਦੀ ਹੈ, ਜਾਂ ਕਿਤੇ ਬਹੁਤ ਘੱਟ ਕਿਤੇ ਰੋੜੇ ਡਿੱਗਣ ਵਾਲੀ ਗੱਲ, ਤੇ ਹਜ਼ਾਰਾਂ ਚੋਂ ਇੱਕ ਅੱਧੇ ਹੁੰਦੀ ਆ, ਤਾਂ ਉਹ ਕਿਸੇ ਹੋਰ ਕੋਲ ਨਹੀਂ, ਸਿੱਧੇ ਤਰਕਸ਼ੀਲ ਸਿਟੀ ਦੇ ਮੈਂਬਰਾਂ ਨਾਲ ਸੰਪਰਕ ਕਰਦੇ ਨੇ। ਕੋਈ ਜਿਹੜੀ ਅਲੋਕਾਰੀ ਘਟਨਾਵਾਂ ਪਹਿਲਾਂ ਲੱਗਦੀ ਸੀ, ਜਿੰਦਾ ਲੱਗੀ ਪੇਟੀ 'ਚੋਂ ਚੀਜ਼ਾਂ ਗਾਇਬ ਹੋ ਜਾਂਦੀਆਂ, ਰੋੜੇ ਵੱਜਦੇ, ਉਹ ਆਲਮੋਸਟ ਹੁਣ ਖਤਮ ਨੇ। ਲੋਕਾਂ ਨੂੰ ਸਮਝ ਲੱਗਣ ਲੱਗ ਗਈ ਵੀ ਇਹਨਾਂ ਪਿੱਛੇ ਕੋਈ ਉਹ ਗੈਬੀ ਤਾਕਤਾਂ ਨਹੀਂ, ਕੋਈ ਨਾ ਕੋਈ ਮਨੁੱਖਾ ਜਿਹੜਾ ਉਹ ਹੁੰਦਾ, ਉਹ ਤੁਸੀਂ ਲੱਭਦੇ ਹੋ ਜਿਹੜਾ ਕਿ ਆਮ ਬੰਦੇ ਨੂੰ ਨਹੀਂ ਲੱਭਦਾ। ਕਈ ਵਾਰੀ ਤਰਕਸ਼ੀਲ ਜਿਹੜੇ ਹੁੰਦੇ ਆ ਉਹ ਹਰ ਇੱਕ ਗੱਲ ਦਾ ਲੌਜਿਕ ਲੱਭਦੇ ਆ। ਕਈ ਵਾਰੀ ਉਹ ਕਈ ਇਹੋ ਜਿਹੀਆਂ ਚੀਜ਼ਾਂ ਨੂੰ ਮਤਲਬ ਇਹੋ ਜਿਹੇ ਕੰਮ ਕਰ ਦਿੰਦੇ ਆ ਬਈ ਜਿੱਥੇ ਲੌਜਿਕ ਦਾ ਕੰਮ ਕਰਦਾ ਉਹ ਕਮਜ਼ੋਰ ਦਿਮਾਗ ਦਾ ਲੌਜਿਕ ਹੁੰਦਾ। ਵਹਿਮ ਭਰਮੀ ਕਮਜ਼ੋਰ ਦਿਮਾਗ ਦਾ ਲੌਜਿਕ ਹੁੰਦਾ। ਜਦੋਂ ਉਹਨਾਂ ਨੂੰ ਰਸਤਾ ਨਹੀਂ ਮਿਲਦਾ, ਉਹ ਆਪਣੇ ਹਿਸਾਬ ਨਾਲ ਉਹਦਾ ਲੌਜਿਕ ਕ੍ਰੀਏਟ ਕਰਕੇ ਉਹਨੂੰ ਮੰਨਣ ਲੱਗ ਜਾਂਦੇ। ਜਿਵੇਂ ਤੁਸੀਂ ਸਮਾਧਾਂ ਦੀ ਮੱਟੀਆਂ ਦੀ ਗੱਲ ਕੀਤੀ ਸੀ, ਜਦੋਂ ਤਰਕਸ਼ੀਲ ਇਹੋ ਜਿਹੇ ਸਿੱਧੇ ਐਕਸ਼ਨ ਕਰਦੇ ਆ, ਚਲੋ ਉਹ ਤਾਂ ਅਰਲੀ ਏਜ ਦੇ ਵਿੱਚ ਸੀ, ਤੁਹਾਡਾ ਕਰ ਲਿਆ, ਪਰ ਜਦੋਂ ਤਰਕਸ਼ੀਲ ਇਹੋ ਜਿਹੇ ਐਕਸ਼ਨ ਕਰਨਗੇ ਜਾਂ ਤਰਕਸ਼ੀਲਾਂ ਤੋਂ ਬਿਨਾਂ ਕੋਈ ਹੋਰ ਵੀ ਕਰਦੇ ਨੇ,
ਅੱਜ ਕੱਲ੍ਹ ਹੁੰਦੇ ਨੇ ਵੀ ਮਸੀਤਾਂ ਢਾਤੀਆਂ ਜਾ ਕੇ, ਈਵਨ ਜਿਹੜੇ ਧਰਮ ਨੂੰ ਅਸੀਂ ਨਹੀਂ ਮੰਨਦੇ ਉਸ ਧਰਮ ਦਾ ਧਾਰਮਿਕ ਸਥਾਨ ਢਾਤਾ, ਮੱਟੀਆਂ ਢਾਤੀਆਂ। ਕੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਲੋਕ ਜਿਹੜੇ ਮੰਨਦੇ ਆ ਮੰਨੀ ਜਾਣ? ਢਾਉਣ ਦੇ ਨਾਲੋਂ, ਆਪ ਢਾਉਣ ਦੇ ਨਾਲੋਂ ਲੋਕਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਜਾਵੇ ਵੀ ਲੋਕ ਆਪੇ ਹੀ ਢਾ ਦੇਣ। ਉਹ ਸਮਾਜ ਇਹੋ ਜਿਹਾ ਸਿਰਜਿਆ ਜਾਵੇ ਜਿੱਥੇ ਲੋਕ ਉਹ ਵਹਿਮ ਭਰਮ ਮੰਨਣ ਵਾਲੀ ਤੁਰਨ ਹੀ ਨਾ, ਕਿਉਂਕਿ ਵਹਿਮ ਭਰਮਾਂ 'ਚ ਪਾਉਣ ਵਾਲਾ ਇਹ ਸਿਸਟਮ ਆ ਜਿਹੜਾ ਸਾਡਾ, ਜਿਹੜਾ ਸਾਨੂੰ ਬਾਰ-ਬਾਰ ਇਹ ਯਾਦ ਦਿਵਾਉਂਦਾ ਵੀ ਬੰਦਿਆ ਤੇਰੇ ਆਪਦੇ ਦਿਮਾਗ ਦਾ ਤੂੰ ਚਾਲਕ ਨਹੀਂ, ਉਹ ਇੱਕ ਉੱਪਰ ਸ਼ਕਤੀ ਬੈਠੀ ਆ। ਸਵੇਰ ਤੋਂ ਸ਼ਾਮ ਤੱਕ ਗੁਰਦੁਆਰਿਆਂ 'ਚ, ਮੰਦਿਰਾਂ 'ਚ, ਮਸਜਿਦਾਂ 'ਚ ਵੱਜਦੇ ਸਪੀਕਰ, ਜਦੋਂ ਛੋਟਾ ਬੱਚਾ ਦੇਖਦਾ ਬਈ ਭਾਈ ਜੀ ਪਾਠ ਕਰ ਰਿਹਾ, ਮੁੱਲਾ ਅੱਲਾ ਅੱਲਾ ਕਰੀ ਜਾਂਦਾ, ਮੰਦਿਰ 'ਚ ਟੱਲ ਵੱਜ ਰਿਹਾ, ਇਹੋ ਜਿਹਾ ਮਾਹੌਲ, ਤੇ ਸਿਆਣੇ ਉਹਨੂੰ ਕਹਿੰਦੇ ਆ ਵੀ ਇਹਦੇ ਨਾਲ ਸਕੂਨ ਮਿਲਦਾ, ਇਹਦੇ ਨਾਲ ਆਨੰਦ ਮਿਲਦਾ, ਇਹ ਦੁਨੀਆ ਦੇ ਵਿੱਚ ਸੁੱਖ ਨਹੀਂ, ਪਰ ਜਿਹੜਾ ਸੁੱਖ ਇਸ ਤਰੀਕੇ ਨਾਲ ਮਿਲਦਾ ਉਹਦਾ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਉਹ ਸੁੱਖ ਲੈਣ ਦੇ ਚੱਕਰ ਦੇ ਵਿੱਚ ਬੰਦੇ ਦੀ ਬ੍ਰੇਨ ਵਾਸ਼ਿੰਗ ਕੀਤੀ ਜਾਂਦੀ, ਬੰਦੇ ਨੂੰ ਸੱਚ ਲੱਗਣ ਲੱਗ ਜਾਂਦਾ। ਇਹ ਸਮਾਜ ਇਹੋ ਜਿਹਾ ਕੁਝ ਕਰਦਾ ਵੀ ਤਰਕਸ਼ੀਲਾਂ ਨੂੰ ਆਪਣੀ ਜਿਹੜੀ ਸੋਚ ਦਾ ਵੱਡਾ ਹਿੱਸਾ ਉਧਰ ਨੂੰ ਲਾਉਣਾ ਚਾਹੀਦਾ ਵੀ ਇਹ ਸਮਾਜ 'ਚੋਂ ਜਿੱਥੋਂ ਵਹਿਮ ਭਰਮ ਪੈਦਾ ਹੁੰਦੇ ਨੇ ਉਹਦੇ ਤੇ ਜੋੜ ਕਰਨ। ਅਸੀਂ ਸਮਾਜ ਦੇ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਅੰਧ ਵਿਸ਼ਵਾਸ, ਵਹਿਮ ਭਰਮ ਨੇ, ਇਹਨਾਂ ਦੇ ਕਾਰਨ ਕੀ ਨੇ, ਉਹਨਾਂ ਨੂੰ ਕਾਰਨ ਸਮਝਾਉਂਦੇ ਆ, ਤੇ ਫਿਰ ਜਦੋਂ ਕਾਰਨ ਸਮਝ ਆ ਜਾਂਦੇ ਨੇ ਤਾਂ ਇਲਾਜ ਵਾਲੇ ਪ੍ਰੋਸੈਸ ਵਿੱਚ ਪੈ ਜਾਂਦੇ ਨੇ ਲੋਕ। ਸੋ ਦੁਨੀਆ ਦਾ ਕੋਈ ਵੀ ਅੰਧ ਵਿਸ਼ਵਾਸ, ਵਹਿਮ ਜਾਂ ਭਰਮ ਹੋਵੇ, ਸਿਰਫ ਤੇ ਸਿਰਫ 3 ਕਾਰਨ ਹੋਣਗੇ, ਉਹਦੇ ਚੌਥਾ ਕਾਰਨ ਇਹ ਹੋਊਗਾ। ਪਹਿਲਾ ਹੋਊਗਾ ਅਗਿਆਨਤਾ। ਜਿਸ ਵਿਸ਼ੇ ਦੇ ਬਾਰੇ ਕੋਈ ਅੰਧ ਵਿਸ਼ਵਾਸ ਹੈ ਉਸ ਵਿਸ਼ੇ ਬਾਰੇ ਪਤਾ ਨਾ ਹੋਣਾ। ਜਿਵੇਂ ਲੋਕੀ ਛਿੱਕ ਵੱਜਣ ਤੋਂ ਡਰਦੇ ਨੇ ਵੀ ਜੇ 1 ਛਿੱਕ ਵੱਜ ਗਈ ਤਾਂ ਮਾੜੀ ਹੁੰਦੀ ਆ, 2 ਵੱਜ ਗਈਆਂ ਚੰਗੀਆਂ ਹੁੰਦੀਆਂ ਨੇ, 3 ਵੱਜ ਗਈਆਂ ਫਿਰ ਮਾੜੀਆਂ ਹੁੰਦੀਆਂ ਨੇ, ਆਪਦੇ ਟੋਟਕੇ ਜੋੜੇ ਹੋਏ ਨੇ। ਜਾਂ ਨਜ਼ਰ ਲੱਗਣ ਦੇ ਵਹਿਮ ਤੋਂ ਲੋਕੀ ਡਰਦੇ ਨੇ। ਜਦ ਤੱਕ ਉਹਨਾਂ ਨੂੰ, ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੋਗਾ ਕਿ ਛਿੱਕ ਕਿਸ ਪ੍ਰੋਸੈਸ ਵਿੱਚੋਂ ਵੱਜਦੀ ਹੈ ਤੇ ਕਿਸ ਪ੍ਰੋਸੈਸ ਵਿੱਚੋਂ ਆ ਕੇ 2 ਵੱਜਦੇ ਨੇ, ਕਿਸ ਚੋਂ ਆ ਕੇ 3 ਵੱਜਦੇ ਤੇ ਕਿਸ ਚੋਂ ਆ ਕੇ ਵੱਧ ਵੱਜਦੀਆਂ ਨੇ, ਜਾਂ ਸਾਡਾ ਵੇਖਣ ਦਾ ਤਰੀਕਾ ਕੀ ਹੈ ਵਿਗਿਆਨਕ ਤੌਰ ਤੇ, ਕਿ ਅੱਖਾਂ ਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲਦੀ ਹੈ ਜਾਂ ਨਹੀਂ ਨਿਕਲਦੀ। ਜੇ ਨਹੀਂ ਨਿਕਲਦੀ ਤਾਂ ਕਿਸੇ ਦਾ ਨੁਕਸਾਨ ਨਹੀਂ ਕਰ ਸਕਦੀ, ਨਜ਼ਰ ਨਹੀਂ ਲੱਗ ਸਕਦੀ। ਸੋ ਜਦੋਂ ਤੱਕ ਗਿਆਨ ਨਹੀਂ ਹੁੰਦਾ ਹੈਗਾ ਕਿਸੇ ਟੌਪਿਕ ਬਾਰੇ ਜਿਹੜੇ ਨਾਲ ਅੰਧ ਵਿਸ਼ਵਾਸ ਜੁੜਿਆ ਹੋਵੇ, ਉਹ ਤੱਕ ਮਨ 'ਚ ਇੱਕ ਡਰ ਆ ਜਾਂਦਾ ਹੈ ਉਹ ਵੀ ਸਾਡਾ ਨੁਕਸਾਨ ਨਾ ਹੋ ਜਾਵੇ। ਉਸ ਡਰ ਹੁੰਦਾ ਦੂਸਰਾ ਕਾਰਨ। ਪਹਿਲਾ ਅਗਿਆਨਤਾ, ਦੂਸਰਾ ਡਰ, ਤੀਸਰਾ ਹੁੰਦਾ ਲਾਲਚ। ਤਾਂ ਉਹ ਡਰ ਤੋਂ ਜਾਣੀ ਕਿ ਨੁਕਸਾਨ ਹੋਣ ਵਾਲੇ ਡਰ ਤੋਂ ਬਚਣ ਵਾਸਤੇ ਲਾਲਚ ਬਸ ਕਿਸੇ ਨਾ ਕਿਸੇ ਓੜ ਪੋੜ 'ਚ ਪੈ ਜਾਂਦੇ ਨੇ, ਜਿਹੜਾ ਉਹਨਾਂ ਨੂੰ ਅੰਧ ਵਿਸ਼ਵਾਸਾਂ, ਵਹਿਮਾਂ ਭਰਮਾਂ ਦੀ ਦਲਦਲ ਵਿੱਚ ਅਜਿਹਾ ਸੁੱਟ ਦਿੰਦਾ ਕਿ ਉਹ ਵਿੱਚੋਂ ਫਿਰ ਨਿਕਲ ਨਹੀਂ ਸਕਦੇ। ਗਿਆਨ ਆ ਜਿਹੜਾ ਆਮ ਸਮਾਜ ਕਹਿੰਦਾ ਗਿਆਨ 2 ਤਰ੍ਹਾਂ ਦਾ। ਇੱਕ ਗਿਆਨ ਜਿਹੜਾ ਪੁਰਾਣੇ ਗ੍ਰੰਥਾਂ 'ਚ ਦਰਜ ਆ, ਜਿਨ੍ਹਾਂ ਦਾ ਨਾਸਤਿਕ ਤੇ ਦਰਸ਼ਨ ਲੋਕਾਂ ਨੂੰ ਪਤਾ ਹੀ ਨਹੀਂ, ਕਿਉਂਕਿ ਉਹ ਕਹਿੰਦੇ ਉਹ ਗ੍ਰੰਥਾਂ ਨਾਲ ਨਫ਼ਰਤ ਕਰਦੇ ਨੇ। ਦੂਜਾ ਗਿਆਨ ਆ ਜਿਹੜਾ ਉਹ ਕਹਿੰਦੇ ਆ ਜੀ ਆ ਯੂਨੀਵਰਸਿਟੀ, ਕਾਲਜਾਂ 'ਚੋਂ ਮਿਲਦਾ। ਹੁਣ ਦੋਨੇ ਤਰ੍ਹਾਂ ਦੇ ਲੋਕ ਆ ਜਿਹੜੇ ਉਹਨਾਂ ਪੁਰਾਣੇ ਗ੍ਰੰਥ, ਪੁਰਾਣੀਆਂ ਪੁਸਤਕਾਂ 'ਚੋਂ ਗਿਆਨ ਲੱਭਣ ਦੀ ਗੱਲ ਕਰਦੇ, ਉਹ ਵੀ ਵਹਿਮਾਂ ਭਰਮਾਂ ਵੱਲ ਲੈ ਜਾਂਦੇ ਨੇ। ਜਿਹੜੇ ਕਹਿੰਦੇ ਯੂਨੀਵਰਸਿਟੀਆਂ, ਕਾਲਜਾਂ 'ਚੋਂ ਅਸੀਂ ਗੋਲਡ ਮੈਡਲਿਸਟ ਦੀਆਂ ਜੋਤਿਸ਼ ਵਿਗਿਆਨ ਤੇ ਆ ਸਾਰੇ ਗ੍ਰਹਿਆਂ ਦੀਆਂ ਚਾਲਾਂ ਦੇਖ ਕੇ ਅਸੀਂ ਡਿਗਰੀਆਂ ਕਰਦੇ ਹਾਂ, ਉਹ ਵੀ ਲੋਕਾਂ ਨੂੰ ਅੰਧ ਵਿਸ਼ਵਾਸ ਵੱਲ ਲੈ ਕੇ ਜਾਂਦੇ ਨੇ। ਇੱਕ ਅਨਪੜ੍ਹ ਲੋਕਾਂ ਨੂੰ ਵੱਡੇ ਪੱਧਰ ਤੇ ਅੰਧ ਵਿਸ਼ਵਾਸ ਲੈ ਕੇ ਜਾਂਦੇ ਨੇ। ਦੂਜੇ ਜਿਹੜੇ ਵਿਦੇਸ਼ਾਂ 'ਚ ਵੀ ਬੈਠੇ ਨੇ, ਮਾਸਟਰਸ ਡਿਗਰੀਆਂ ਕੀਤੀਆਂ ਹੋਈਆਂ, ਉਹ ਉਧਰ ਨੂੰ ਲੈ ਕੇ ਜਾਂਦੇ ਨੇ। ਫਿਰ ਤੁਹਾਡੀ ਥਾਂ ਸਮਾਜ ਦੇ ਵਿੱਚ ਕਿੱਥੇ ਰਹਿ ਜਾਂਦੀ ਆ? ਅਸੀਂ ਤੀਸਰਾ ਗਿਆਨ ਦਿੰਦੇ ਹਾਂ। ਠੀਕ ਹੈ। ਅਸੀਂ ਪੜ੍ਹਿਆ ਹੋਇਆਂ ਨੂੰ, ਘੱਟ ਪੜ੍ਹਿਆ ਨੂੰ ਜਾਂ ਅਨਪੜ੍ਹਾਂ ਨੂੰ ਇਹ ਪੜ੍ਹਾਉਂਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਪੜ੍ਹਾਈ ਉਹਨਾਂ ਨੇ ਕੀਤੀ ਹੈ ਉਹ ਤੋਂ ਬਿਨਾਂ ਇੱਕ ਵਿਗਿਆਨ ਹੋਰ ਵੀ ਹੈ, ਜਿਹਨੂੰ ਆਪਾਂ ਸਮਾਜ ਵਿਗਿਆਨ ਕਹਿੰਦੇ ਹਾਂ। ਉਹ ਸਾਡੇ ਜਨਮ ਤੋਂ ਲੈ ਕੇ ਮੌਤ ਤੱਕ, ਸਵੇਰ ਤੋਂ ਲੈ ਕੇ ਰਾਤ ਸੌਣ ਤੱਕ ਤੇ ਅਗਲੇ ਦਿਨ ਜਾਗਣ ਤੱਕ, ਉਹ ਸਮਾਜ ਵਿਗਿਆਨ ਦੇ ਤਾਬੇ ਸਾਡੀ ਜ਼ਿੰਦਗੀ ਚੱਲਦੀ ਆ, ਵਿਚਰਦੀ ਆ ਤੇ ਅਖੀਰ ਤੱਕ ਅਸੀਂ ਪੂਰੀ ਕਰਦੇ ਹਾਂ ਜ਼ਿੰਦਗੀ। ਇਹ ਸਮਾਜ ਵਿਗਿਆਨ ਦੇ ਵਿੱਚ ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਕੈਮਿਸਟਰੀ 'ਚ ਪੜ੍ਹ ਕੇ, ਹਿਸਟਰੀ 'ਚ ਪੜ੍ਹ ਕੇ, ਉਹ ਉਹਨਾਂ ਨੇ ਨਹੀਂ ਸਟੱਡੀ ਕੀਤੀ ਹੁੰਦੀ ਤਾਂ ਉਹ ਅਨਪੜ੍ਹ ਦੇ ਬਰਾਬਰ ਹੁੰਦੇ ਨੇ। ਦੂਸਰੀ ਗੱਲ ਜਿੱਥੇ ਤੱਕ ਹੈਗੀ ਆ ਧਰਮ ਗ੍ਰੰਥਾਂ ਦੀ ਗੱਲ, ਅਸੀਂ ਨਫ਼ਰਤ ਨਹੀਂ ਕਰਦੇ ਕਿਸੇ ਨੂੰ। ਇਹ ਤਰਕਸ਼ੀਲਾਂ ਬਾਰੇ ਜੇ ਇਹ ਗੱਲ ਕਿਸੇ ਨੇ ਗੱਲ ਫੈਲਾਈ ਹੈ ਕਿ ਇਹ ਤਾਂ ਧਰਮ ਦੇ ਵਿਰੋਧੀ ਨੇ, ਧਰਮ ਨੂੰ ਨਫ਼ਰਤ ਕਰਦੇ ਨੇ ਜਾਂ ਗ੍ਰੰਥਾਂ ਨੂੰ ਨਫ਼ਰਤ ਕਰਦੇ ਨੇ, ਅਸੀਂ ਨਫ਼ਰਤ ਨਹੀਂ ਕਰਦੇ, ਨਾ ਕਦੇ ਪਹਿਲਾਂ ਕੀਤੀ ਹੈ, ਨਾ ਅੱਗੇ ਨੂੰ ਕਰਾਂਗੇ। ਅਸੀਂ ਤਾਂ ਇਹ ਕਹਿੰਦੇ ਵੀ ਜਿੱਥੇ ਕਿਤੇ ਕੋਈ ਗੱਲ ਮਨੁੱਖਤਾ ਦੇ ਭਲੇ ਲਈ ਲਿਖੀ ਹੋਈ ਹੈ ਜਾਂ ਬੋਲੀ ਹੋਈ ਹੈ, ਉਹਨੂੰ ਅਸੀਂ ਪ੍ਰਵਾਨ ਕਰਦੇ ਹਾਂ, ਉਹਨੂੰ ਮੰਨ ਲੈਣਾ ਚਾਹੀਦਾ। ਪਰ ਜਿੱਥੇ ਕਿਸੇ ਗੱਲ ਦੇ ਆੜ ਦੇ ਵਿੱਚ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਉਹਦਾ ਅਸੀਂ ਸ਼ਰੇਆਮ ਖੰਡਨ ਕਰਦੇ ਹਾਂ। ਤੇ ਜਿੱਥੇ ਤੱਕ ਹੈ ਕਿ ਜੋਤਿਸ਼ ਵਿਦਿਆ ਦੀ ਡਿਗਰੀ ਵਾਲੀ ਗੱਲ, ਪਹਿਲੀ ਗੱਲ ਤਾਂ ਇਹ ਵਿਦਿਆ ਨਹੀਂ ਹੈਗੀ, ਇਹਦੇ ਨਾਲ ਵਿਦਿਆ ਸ਼ਬਦ ਹੀ ਨਹੀਂ ਲੱਗਣਾ ਚਾਹੀਦਾ। ਜੇ ਕੋਈ ਕਿਤਾਬ ਕਿਸੇ ਨੇ ਗੈਰ ਵਿਗਿਆਨਕ ਤੱਥਾਂ ਦੇ ਆਧਾਰ ਤੇ ਲਿਖਤੀ ਤੇ ਉਹਦੇ ਵਿੱਚ ਲਿਖਦਾ ਵੀ ਆਹ ਤੁਹਾਡੇ ਕੁਐਸਚਨ ਨੇ, ਇਹਨਾਂ ਦੇ ਕਿਤਾਬ ਦੇ ਵਿੱਚੋਂ ਹੀ ਆਨਸਰ ਦੇਣੇ ਨੇ, ਤੇ ਉਹ ਗਲਤ ਸਿਲੇਬਸ ਦੇ ਵਿੱਚ ਜਿਹੜਾ ਗੈਰ ਵਿਗਿਆਨਕ ਹੈ ਉਹਦੇ ਵਿੱਚੋਂ ਹੀ ਰੱਟਾ ਲਾ ਕੇ ਜੇ ਬੰਦੇ ਨੇ ਕੁਐਸਚਨਾਂ ਦੇ ਆਨਸਰ ਦੇਤੇ ਤਾਂ ਉਹਨੇ ਗੋਲਡ ਮੈਡਲ ਲੈ ਲਿਆ,
ਝੂਠੇ ਵਿਗਿਆਨ ਦੇ ਵਿੱਚ, ਤਾਂ ਉਹ ਇਸ ਗੱਲ ਦਾ ਪ੍ਰਮਾਣ ਨਹੀਂ ਹੈਗਾ ਕਿ ਉਹ ਸੱਚੀ ਮੁੱਚੀ ਜੋਤਿਸ਼ ਨੂੰ ਵਿਗਿਆਨ ਬਣਾ ਰਹੇ ਨੇ। ਹਾਂਜੀ। ਸੋ ਇਸ ਤੋਂ ਇਲਾਵਾ ਦੁਨੀਆ ਦੇ ਜਿੰਨੇ ਵੀ ਜੋਤਸ਼ੀ ਨੇ 1984 ਤੋਂ ਲੈ ਕੇ ਅਸੀਂ ਦੁਨੀਆ ਦੇ ਸਾਰੇ ਹੀ ਜੋਤਸ਼ੀਆਂ ਨੂੰ ਚੈਲੰਜ ਕੀਤਾ ਹੈ ਲਿਖਤੀ ਤੌਰ ਤੇ, ਸਾਡੀ ਵੈਬਸਾਈਟ ਦੇ ਉੱਤੇ ਵੀ, ਸੋਸ਼ਲ ਮੀਡੀਆ ਤੇ ਵੀ, ਪ੍ਰਿੰਟ ਮੀਡੀਆ ਤੇ ਵੀ ਜਿਹੜੇ ਜੋਤਸ਼ੀ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿਸੇ ਜਨਮ ਕੁੰਡਲੀ ਜਾਂ ਜਨਮ ਪੱਤਰੀ ਦੇ ਮਾਹਰ ਆ, ਉਹਨਾਂ ਨੂੰ 10 ਵਿਅਕਤੀਆਂ ਦੇ ਜਨਮ ਪੱਤਰੀਆਂ ਦੇਵਾਂਗੇ। ਜਿਹੜੇ ਹੱਥਾਂ ਦੇ ਰੇਖਾਵਾਂ ਦੇ ਮਾਹਰ ਕਹਿੰਦੇ ਨੇ ਉਹਨਾਂ ਨੂੰ 10 ਵਿਅਕਤੀਆਂ ਦੇ ਹੱਥ ਰੇਖਾ ਚਿੱਤਰ ਦੇਵਾਂਗੇ। ਉਹਨੂੰ ਪੜ੍ਹ ਕੇ ਸਟੱਡੀ ਕਰਕੇ ਸਾਨੂੰ ਦੱਸਣ ਕਿ 10 ਦੇ ਵਿੱਚੋਂ ਕਿੰਨੇ ਮਰਦ ਨੇ, ਕਿੰਨੀਆਂ ਔਰਤਾਂ ਨੇ, ਕਿੰਨੇ ਜਿਉਂਦੇ ਤੇ ਕਿੰਨੇ ਮਰ ਗਏ। ਇਹਦੇ ਵਿੱਚ ਵੀ 5% ਗਲਤੀ ਮਾਫ, ਤੇ ਉਹਨਾਂ ਨੂੰ ਸਾਡਾ ਜਿਹੜਾ ਸੰਸਥਾਵਾਂ ਦਾ ਇਨਾਮ ਰੱਖਿਆ ਹੈ ਕਈ ਕਰੋੜ ਰੁਪਏ ਬਣ ਜਾਂਦਾ ਹੈ। ਹਾਂਜੀ। ਹੁਣ ਜਿਹੜੇ ਜੋਤਸ਼ੀ ਆਪਣੇ ਜੋਤਿਸ਼ ਦੇ ਆਧਾਰ ਦੇ ਉੱਤੇ ਸਾਡੀ ਜ਼ਿੰਦਗੀ ਦੀ ਸਾਰੀ ਭਵਿੱਖਬਾਣੀ ਕਰਨਾ ਚਾਹੁੰਦੇ ਨੇ ਜਾਂ ਕਰਨ ਦੇ ਦਾਅਵੇ ਕਰਦੇ ਨੇ, ਬਿਲਕੁਲ, ਤਾਂ ਫਿਰ ਉਹ ਇੰਨੇ ਕੁ ਸਵਾਲ ਦਾ ਜਵਾਬ ਕਿਉਂ ਨਹੀਂ ਦੇ ਸਕੇ? ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ, ਕਹਿੰਦੇ ਅਸੀਂ ਇਗਨੋਰ ਕਰਦੇ ਹਾਂ, ਕਹਿੰਦੇ ਤਰਕਸ਼ੀਲ ਕੌਣ ਹੁੰਦੇ ਨੇ, ਕਿਉਂਕਿ ਉਹਨਾਂ ਦਾ ਬਿਜ਼ਨਸ ਖਰਾਬ ਹੁੰਦਾ ਨਾ। ਸਰ ਬਿਜ਼ਨਸ ਦੀ ਪਰਿਭਾਸ਼ਾ ਵਿੱਚ ਨਹੀਂ ਆਉਂਦੇ ਉਹ, ਨਾ ਉਹ ਧੰਦੇ ਵਿੱਚ ਆਉਂਦੇ ਨੇ, ਨਾ ਉਹ ਰੋਟੀ ਦੇ ਐਥੀਕਲ ਬਿਜ਼ਨਸ ਨਹੀਂ, ਆਪਾਂ ਕਹਿ ਸਕਦੇ ਉਹਦਾ ਐਥੀਕਲ ਬਿਜ਼ਨਸ ਉਹ ਡੇਰਾ ਪੂਰਾ ਠੱਗੀ ਦਾ ਸਾਧਨ ਹੈ। ਠੱਗੀ ਕੀ ਹੁੰਦੀ ਹੈ? ਕਿਸੇ ਵਿਅਕਤੀ ਨੂੰ ਕੁਝ ਹੋਰ ਦੱਸ ਕੇ ਉਹ ਤੋਂ ਕੁਝ ਪੈਸੇ ਜਾਂ ਕੋਈ ਨਕਦੀ ਜਾਂ ਕੋਈ ਚੀਜ਼ ਲੈ ਲੈਣੀ, ਉਹਨੂੰ ਉਹ ਚੀਜ਼ ਨਾ ਦੇਣੀ, ਉਹ ਹੇਰਾ ਫੇਰੀ ਠੱਗੀ, ਚੀਟਿੰਗ ਕਹਾਉਂਦੇ ਨੂੰ ਕਹਿੰਦੇ ਆ। ਠੀਕ ਹੈ, ਜਦੋਂ ਜੋਤਿਸ਼ ਦੇ ਆੜ ਦੇ ਵਿੱਚ ਕਹਿੰਦੇ ਤੁਹਾਡਾ ਫਲਾਣਾ ਫਾਇਦਾ ਹੋਊਗਾ, ਉਹਨਾਂ ਤੋਂ ਨਹੀਂ ਹੁੰਦਾ ਤੇ ਹੋ ਵੀ ਨਹੀਂ ਸਕਦਾ ਵਿਗਿਆਨਿਕ ਤੌਰ ਦੇ ਉੱਤੇ। ਅਸੀਂ ਬੜੇ ਜੋਤਸ਼ੀਆਂ ਨੂੰ ਕਿਹਾ ਸਾਡੇ ਨਾਲ ਪਬਲਿਕਲੀ ਡਿਸਕਸ ਕਰੋ ਆ ਕੇ। ਅਸੀਂ ਪਬਲਿਕਲੀ ਸੈਮੀਨਾਰ ਵੀ ਰੱਖੇ। 24 ਅਕਤੂਬਰ 2010 ਨੂੰ ਸੁਨਾਮ ਸ਼ਹਿਰ ਦੇ ਵਿੱਚ ਅਸੀਂ ਨੇ ਓਪਨ ਸੈਮੀਨਾਰ ਰੱਖਿਆ, ਜੋਤਸ਼ੀਆਂ ਵਾਸਤੇ ਸੀਟਾਂ ਰਿਜ਼ਰਵ ਕੀਤੀਆਂ। ਉਹ ਅੱਜ ਤੱਕ ਸੋਸ਼ਲ ਮੀਡੀਆ 'ਤੇ ਸੀਟਾਂ ਖਾਲੀ ਨਜ਼ਰ ਆ ਰਹੀਆਂ ਨੇ। ਕੋਈ ਜੋਤਸ਼ੀ ਪਬਲਿਕ ਦੇ ਵਿੱਚ ਡਿਸਕਸ਼ਨ ਕਰਨ ਨਹੀਂ ਆਉਂਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਪਖੰਡ ਦਾ ਪਰਦਾ ਜਿਹੜਾ ਹੈਗਾ ਉਹ ਲੋਕਾਂ 'ਚ ਫਾਸ਼ ਹੋ ਜਾਊਗਾ। ਜਿਹੜੇ ਅਗਿਆਨਤਾ ਦੇ ਬਸ ਲੋਕੀ ਵਹਿਮਾਂ ਭਰਮਾਂ ਦੇ ਵਿਸ਼ਵਾਸਾਂ 'ਚ ਫਸੇ ਹੋਏ ਨੇ, ਉਹਨਾਂ ਦਾ ਸ਼ੋਸ਼ਣ ਕਰਨ ਤੇ ਉਹਨਾਂ ਨੇ ਜ਼ੋਰ ਲਾਇਆ ਹੈ। ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਸਿਆਣਾ ਬਣਾਈਏ। ਬਿਲਕੁਲ ਜੀ। ਦੋਸਤੋ, ਸਾਡੀ ਗੱਲਬਾਤ ਇਹਨਾਂ ਨਾਲ ਚੱਲਦੀ ਰਹਿਣੀ ਹੈ ਜੀ। ਅੱਜ ਦੀ ਚਰਚਾ ਦੇ ਵਿੱਚ ਸਾਡੇ ਨਾਲ ਅੱਜ ਗੱਲਬਾਤ ਕਰ ਰਹੇ ਨੇ ਜੀ ਹਰਿੰਦਰ ਲਾਲੀ ਜੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਲੀਗਲ ਡਿਪਾਰਟਮੈਂਟ ਦੇ ਹੈੱਡ ਨੇ। ਲਾਲੀ ਜੀ, ਆਪਣੀ ਗੱਲਬਾਤ ਚੱਲਦੀ ਸੀ ਤਰਕਸ਼ੀਲਤਾ ਬਾਰੇ, ਵਹਿਮਾਂ ਭਰਮਾਂ ਬਾਰੇ, ਅੰਧ ਵਿਸ਼ਵਾਸਾਂ ਬਾਰੇ, ਕਿਵੇਂ ਪੈਦਾ ਹੁੰਦੇ ਨੇ, ਮਾਨਸਿਕ ਰੋਗੀਆਂ ਬਾਰੇ। ਤੁਸੀਂ ਵਿਗਿਆਨ ਦੀ ਬਾਰ-ਬਾਰ ਗੱਲ ਕੀਤੀ ਹੈ ਵੀ ਤਰਕਸ਼ੀਲ ਨੇ ਜਿਹੜੇ ਉਹ ਵਿਗਿਆਨਕ ਜਿਹੜੀ ਸੋਚ ਆ ਉਹ ਰੱਖਦੇ ਨੇ ਤੇ ਵਿਗਿਆਨਕ ਢੰਗ ਤਰੀਕਾ ਅਪਣਾਉਂਦੇ ਨੇ ਕਿ ਕੋਈ ਵਰਤਾਰਾ ਕੀ, ਕਿਉਂ, ਕਿਵੇਂ, ਇਹ ਵਾਲੀ ਫਿਲਾਸਫੀ ਬਣਾ ਕੇ ਉਹਨਾਂ ਦੀ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ। ਹਾਂਜੀ। ਪੜ੍ਹੇ ਲਿਖੇ ਲੋਕ ਤਰਕਸ਼ੀਲ ਕਿਉਂ ਨਹੀਂ ਬਣਦੇ? ਬਹੁਤ ਵਧੀਆ ਸਵਾਲ ਹੈ ਤੁਹਾਡਾ। ਇਹ ਆਮ ਕਿਹਾ ਜਾਂਦਾ ਵੀ ਜੋਤਸ਼ੀਆਂ ਕੋਲੇ, ਤਾਂਤਰਿਕ ਕੋਲੇ ਨੇ ਪੜ੍ਹੇ ਲਿਖੇ ਲੋਕ ਜਾਂਦੇ ਨੇ, ਉਹਨਾਂ ਕੋਲੇ ਕੋਈ ਨਾ ਕੋਈ ਸ਼ਕਤੀ ਤਾਂ ਹੋਊਗੀ ਬਈ ਜਿਹੜੇ ਜਾਂਦੇ ਨੇ ਲੋਕ। ਹਾਂਜੀ। ਲੇਕਿਨ ਜਿਹੜਾ ਸਾਡਾ ਸਿਲੇਬਸ ਹੈ ਨਾ, ਹਾਂਜੀ, ਜਿਹੜਾ ਸਿਲੇਬਸ ਸਾਨੂੰ ਛੋਟੀ ਕਲਾਸ ਤੋਂ ਲੈ ਕੇ PhD ਤੱਕ ਪੜ੍ਹਾਇਆ ਜਾਂਦਾ ਹੈ, ਉਹ ਅਧੂਰਾ ਸਿਲੇਬਸ ਹੈ। ਉਦਾਹਰਨ ਦੇ ਤੌਰ ਦੇ ਉੱਥੇ ਸਾਨੂੰ ਇੰਨਾ ਕੁ ਤਾਂ ਪੜ੍ਹਾ ਦਿੰਦੇ ਨੇ ਵੀ ਜਦੋਂ ਸੂਰਜ ਅਤੇ ਧਰਤੀ ਦੇ ਦਰਮਿਆਨ ਚੰਦਰਮਾ ਆ ਜਾਂਦਾ ਘੁੰਮਦਾ, ਉਦੋਂ ਸੂਰਜ ਗ੍ਰਹਿਣ ਲੱਗ ਜਾਂਦਾ ਹੈ। ਇਦੋਂ ਅੱਗੇ ਇਹ ਨਹੀਂ ਦੱਸਦੇ ਵੀ ਸੂਰਜ ਗ੍ਰਹਿਣ ਨਾਲ ਜੁੜੇ ਹੋਏ ਅੰਧ ਵਿਸ਼ਵਾਸ, ਵਹਿਮ ਭਰਮ ਕਿਹੜੇ ਨੇ ਤੇ ਉਹਨਾਂ ਦੇ ਕਾਰਨ ਕੀ ਨੇ, ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਸੋ ਸਿਸਟਮ ਵੱਲੋਂ ਸਾਡੇ ਸਿਲੇਬਸ ਨੂੰ ਜਾਣ-ਬੁੱਝ ਕੇ ਪੂਣਾ ਜਾਣੀ ਅਧੂਰਾ ਰੱਖਿਆ ਜਾਂਦਾ ਹੈ ਕਿ ਸਾਡੇ ਲੋਕ ਪੜ੍ਹ ਲਿਖ ਕੇ ਆਪਣੇ ਦਿਮਾਗ ਨੂੰ ਵਰਤਣ ਦੇ ਯੋਗ ਨਾ ਬਣਨ। ਇਹ ਸਾਈਕਲੋ ਸਟਾਈਲ ਬੰਦੇ ਬਣੀ ਜਾਣ, ਜਿਸ ਤਰ੍ਹਾਂ ਦੇ ਉਹਨਾਂ ਤੋਂ ਜੋਬਸ ਕਰਵਾਉਣੀਆਂ ਨੇ ਸਿਸਟਮ ਨੇ, ਬਸ ਉਹ ਜੋਬ ਕਰੀ ਜਾਣ, ਪੈਸੇ ਕਮਾਈ ਜਾਣ, ਖਾਈ ਪੀ ਜਾਣ, ਸੈਚਰਡੇ ਸੰਡੇ ਨੂੰ ਜਾ ਕੇ ਇੰਜੋਏ ਕਰਨ, ਮੰਡੇ ਨੂੰ ਜਾ ਕੇ ਫਿਰ ਕੰਮ ਕਰਨ ਲੱਗ ਜਾਣ। ਇਹ ਭਾਰਤ ਦੇ ਸਿਲੇਬਸ ਤੇ ਟਰੂ ਲੱਗਦੀ ਹੈ ਗੱਲ। ਇੱਥੇ ਦਾ ਜਿਹੜਾ ਵੈਸੇ ਸਿਲੇਬਸ ਆ ਜਾਂ ਕਈ ਦੇਸ਼ਾਂ ਦਾ ਸਿਲੇਬਸ ਆ ਜਿਹੜਾ, ਉਹਦੇ ਤੇ ਲਾਗੂ ਨਹੀਂ ਹੁੰਦੀ। ਆਪਣੇ ਸਿਲੇਬਸ ਤੇ ਜ਼ਰੂਰ ਲਾਗੂ ਹੁੰਦੀ ਹੈ ਜੀ। ਹਾਂ, ਕਿਉਂਕਿ ਆਪਣੇ ਲੋਕ ਉੱਥੋਂ ਹੀ ਪੜ੍ਹ ਕੇ ਆਉਂਦੇ ਨੇ ਬੇਸਿਕਲੀ। ਬਿਲਕੁਲ। ਤੁਸੀਂ ਪਿਛਲੇ ਹਿੱਸੇ ਦੇ ਵਿੱਚ ਗਿਆਨ ਦੀ ਗੱਲ ਕੀਤੀ ਸੀ। ਉਹ ਕਹਿੰਦੇ ਜੀ ਜਿਹੜਾ ਅਸਲੀ ਗਿਆਨ ਆ ਉਹ ਤਾਂ ਰੱਬ ਦੇ ਨਾਂ ਦਾ ਗਿਆਨ ਆ, ਤੇ ਉਹ ਖਾਸ ਜਿਵੇਂ ਫਰੈਂਚਾਈਜ਼ ਨਹੀਂ ਬਣੀਆਂ ਹੁੰਦੀਆਂ, ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਫਰੈਂਚਾਈਜ਼ ਬਣੀਆਂ। ਉਹ ਕਹਿੰਦੇ ਜੀ ਨਾਮਦਾਨ ਦਾ ਸਾਨੂੰ ਗੁਰ ਸਿਖਾਉਂਦੇ ਨੇ, ਸਕਿੱਲ ਦਿੰਦੇ ਨੇ। ਇਹ ਉੱਥੋਂ ਨਾਮਦਾਨ ਮਿਲ ਗਿਆ, ਬੰਦੇ ਦੀ ਜ਼ਿੰਦਗੀ ਹੈ ਜਿਹੜੀ ਉਹਦੇ 'ਚ ਆਨੰਦ ਹੋਊਗਾ ਤੇ ਬੰਦਾ ਇਹ ਭਵ ਸਾਗਰ ਨੂੰ ਜਿਹੜਾ ਦੁੱਖਾਂ ਦਾ ਘਰ ਹੈ ਇਹਨੂੰ ਪਾਰ ਕਰਕੇ ਗਾਂਹ ਚਲਾ ਜਾਊਗਾ। ਇਹਦੇ 'ਚ ਬਾਹਲਾ ਕਹਿੰਦੇ ਤੁਸੀਂ ਉਲਝੋ ਨਾ। ਤੇ ਤੁਸੀਂ ਗਿਆਨ ਦੀ ਗੱਲ ਕਰਦੇ ਹੋ ਵੀ ਗਿਆਨ ਆ ਜਿਹੜਾ ਤਰਕਸ਼ੀਲਤਾ 'ਚ ਮਿਲਦਾ, ਤੇ ਇਹ ਫਿਰ ਕਿਵੇਂ ਲੋਕਾਂ ਦੇ ਵਿੱਚ ਤੁਹਾਡਾ ਤਾਲਮੇਲ, ਮੇਲ ਜੋਲ, ਉਹਨਾਂ 'ਚੋਂ ਇਹਨਾਂ 'ਚੋਂ ਲਗਾਤਾਰ ਤਰਕਸ਼ੀਲ ਆਈਸੋਲੇਟ ਰਹਿੰਦੇ ਨੇ। ਵੱਡੀ ਬਹੁਗਿਣਤੀ ਇਹ ਸਮਝਦੀ ਹੈ, ਉਹਦੇ 'ਚ ਜਿਹੜੇ ਥੋੜੇ ਬਹੁਤ ਸਮਝਦੇ ਨੇ ਉਹ ਹੌਲੀ-ਹੌਲੀ ਤੁਹਾਡੀ ਸੋਚ ਵਾਲੇ ਬਣਦੇ ਨੇ। ਕਿੱਥੇ ਫਰਕ ਰਹਿੰਦਾ? ਕਿਵੇਂ ਉਹ ਵੱਡੀ ਬਹੁਗਿਣਤੀ ਉਹਨਾਂ ਨੂੰ ਸਮਝਾਇਆ ਜਾਵੇ ਵੀ ਤੁਹਾਡੀ ਸਮਝ ਗਲਤ ਆ, ਅਸਲੀ ਤਾਂ ਜਿਹੜਾ ਗਿਆਨ ਆ ਉਹ ਤੁਹਾਡੇ ਕੋਲੇ ਹੈਗਾ, ਤੁਹਾਡੇ ਅਮਲ 'ਚੋਂ ਨਿਕਲ ਰਿਹਾ,
ਹੈ ਜੀ। ਉਹ ਗਿਆਨ ਜਿਹੜਾ ਦਰਜ ਉਹ ਪੁਰਾਣੇ ਸਮੇਂ ਦਾ ਗਿਆਨ ਹੋਊਗਾ ਉਸ ਵੇਲੇ ਦਾ, ਪਰ ਸਮਾਂ ਹੁਣ ਕਿੱਥੇ ਆ ਚੁੱਕਿਆ, ਗੱਲ ਕਿਵੇਂ ਸਮਝਾਈ ਜਾਵੇ ਉਹਨਾਂ ਨੂੰ? ਦੇਖੋ, ਇਸ ਗੱਲ ਦੇ 2-3 ਪੱਖ ਨੇ। ਪਹਿਲਾ ਪੱਖ ਤਾਂ ਇਹ ਹੈ ਵੀ ਉਹ ਉਧਰ ਜ਼ਿਆਦਾ ਲੋਕ ਕਿਉਂ ਸੁਣਦੇ ਨੇ, ਇਕੱਠ ਘੁੱਟ ਜਿੱਧਰ ਕਿਉਂ ਹੁੰਦੇ ਨੇ। ਇੱਕ ਤਾਂ ਸਾਡਾ ਪੂਰਾ ਜੋ ਸੱਤਾ ਤੇ ਕਾਬਜ਼ ਸਿਸਟਮ ਹੈ ਉਹ ਚਾਹੁੰਦਾ ਵੀ ਲੋਕੀ ਕਿਸਮਤਵਾਦੀ ਫਲਸਫੇ ਦੇ ਸ਼ਿਕਾਰ ਬਣੇ ਰਹਿਣ, ਤੇ ਲੋਕੀ ਇਹ ਨਾ ਸੋਚਣ ਸਾਡੇ ਲਈ ਜੌਬਸ ਕਿਉਂ ਨਹੀਂ ਹੈਗੀਆਂ, ਸਾਡੀ ਜ਼ਿੰਦਗੀ ਔਖੀ ਕਿਉਂ ਹੈ, ਵੀ ਇਹਦੇ ਲਈ ਉਹ ਸਿਸਟਮ ਨੂੰ ਜ਼ਿੰਮੇਵਾਰ ਨਾ ਸਮਝਣ। ਇਹ ਸਮਝਣ ਕਿ ਅਸੀਂ ਤਾਂ ਪਿਛਲੇ ਜਨਮ 'ਚ ਕੋਈ ਪੁੱਠੇ ਸਿੱਧੇ ਕੰਮ ਕੀਤੇ ਹੋਏ ਨੇ, ਵੀ ਉਹ ਮਾਤਾ ਨੇ ਸਾਡੇ ਪਿਛਲੇ ਕਰਮ ਲਿਖਤੇ, ਇਸ ਕਰਕੇ ਅਸੀਂ ਔਖੇ ਹਾਂ। ਇਸ ਕਰਕੇ ਸਾਡਾ ਸਿਸਟਮ ਉਧਰ ਇਕੱਠ ਨੂੰ ਜਾਣ ਵਾਸਤੇ ਪ੍ਰੇਰਿਤ ਕਰਦਾ ਹੈ, ਤੇ ਜਿਹੜੇ ਲੋਕ ਇਸ ਤਰ੍ਹਾਂ ਦੇ ਅੰਧ ਵਿਸ਼ਵਾਸਾਂ ਨੂੰ ਫੈਲਾਉਂਦੇ ਨੇ ਸਾਡਾ ਸਿਸਟਮ ਉਹਨਾਂ ਦੀ ਸਪੋਰਟ ਕਰਦਾ ਹੈ। ਦੂਸਰੀ ਗੱਲ, ਅਸੀਂ 2 ਤਰੀਕੇ ਨਾਲ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਂਦੇ ਹਾਂ। ਇੱਕ ਤਾਂ ਵੱਡੇ ਵੱਡੇ ਤਰਕਸ਼ੀਲ ਮੇਲੇ ਕਰਦੇ ਹਾਂ, ਅਸੀਂ ਸੈਮੀਨਾਰ ਕਰਦੇ ਹਾਂ, TV ਸੀਰੀਅਲ ਬਣਾਇਆ, ਅਸੀਂ 60 ਦੇ ਕਰੀਬ ਕਿਤਾਬਾਂ ਛਾਪ ਕੇ ਬਿਲਕੁਲ ਸਸਤੇ ਭਾਅ ਦੇ ਉੱਤੇ ਸੌਖੀ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਕੁਝ ਲਿਖੀਆਂ ਤੇ ਕੁਝ ਟਰਾਂਸਲੇਟ ਕੀਤੀਆਂ। ਤੇ ਇੱਕ ਸਾਡਾ ਤਰਕਸ਼ੀਲ ਮੈਗਜ਼ੀਨ ਹੈ, ਉਹ ਪੰਜਾਬੀ ਦੇ ਮੈਗਜ਼ੀਨ ਸਭ ਤੋਂ ਵੱਡੀ ਗਿਣਤੀ ਸ਼ਬਦ ਹੈ, 14-15 ਹਜ਼ਾਰ ਦੇ ਕਰੀਬ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾਂਦਾ ਉਹ। ਇੱਕ ਤਾਂ ਅਸੀਂ ਇਸ ਤਰੀਕੇ ਦੇ ਨਾਲ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਹਾਂ ਕਿ ਲੋਕੀ ਆਪਣੇ ਦਿਮਾਗ ਨਾਲ ਸੋਚਣ ਲੱਗਣ। ਦੂਸਰਾ, ਸਾਡੇ ਲੋਕਾਂ ਦੇ ਵਿੱਚ ਇੱਕ ਇਹ ਵਿਚਾਰ ਬਣਿਆ ਹੋਇਆ ਕਿ ਫਲਾਣੇ ਬਾਬੇ ਕੋਲ ਫਲਾਣੀ ਸ਼ਕਤੀ ਹੈ, ਫਲਾਣਾ ਚਮਤਕਾਰ ਹੈ। ਅਸੀਂ ਕੋਸ਼ਿਸ਼ ਕਰਕੇ ਦੁਨੀਆ ਭਰ ਦੇ ਜਿੰਨੇ ਅਖੌਤੀ ਚਮਤਕਾਰ ਨੇ ਉਹਨਾਂ ਦੀ ਲਿਸਟ ਬਣਾ ਲਈ, ਜਿਹਦੇ ਵਿੱਚੋਂ ਜੋਤਿਸ਼ ਇੱਕ ਹੈ, ਇੱਕ ਚਮਤਕਾਰ ਤੋਂ ਤੇ 22 ਹੋਰ ਨੇ। ਟੋਟਲ 23 ਅਖੌਤੀ ਚਮਤਕਾਰਾਂ ਨੂੰ ਅਸੀਂ 23 ਸ਼ਰਤਾਂ ਦੇ ਨਾਲ ਚੈਲੰਜ ਕੀਤਾ ਹੋਇਆ ਕਿ ਦੁਨੀਆ ਦਾ ਕੋਈ ਵੀ ਵਿਅਕਤੀ ਉਹਨਾਂ 23 ਦੇ ਵਿੱਚੋਂ ਇੱਕ ਵੀ ਸ਼ਰਤ ਨੂੰ ਪੂਰਾ ਕਰੇ, ਹਾਂਜੀ, ਤਾਂ ਅਸੀਂ ਉਹਨਾਂ ਨੂੰ ਉਹ ਜਿਹੜਾ ਸਾਡਾ ਮਿੱਥਿਆ ਸਾਡਾ ਇਨਾਮ ਹੈ ਉਹ ਦੇਵਾਂਗੇ। ਹੁਣ ਤੱਕ ਕੋਈ ਵਿਅਕਤੀ ਉਸ ਇਨਾਮ ਨੂੰ ਜਿੱਤ ਨਹੀਂ ਸਕਿਆ, ਜ਼ਬਾਨ ਤੱਕ ਹੀ ਜ਼ਬਤ ਕਰਾ ਗਏ। ਇਹ ਮੇਰਾ ਵਾਅਦਾ ਵੀ ਹੈ ਤੇ ਤਰਕ ਸੋਸਾਇਟੀ ਵੱਲੋਂ ਦਾਅਵਾ ਵੀ ਹੈ ਕਿ ਇਸ ਇਨਾਮ ਨੂੰ ਦੁਨੀਆ ਦਾ ਕੋਈ ਵਿਅਕਤੀ ਜਿੱਤ ਵੀ ਨਹੀਂ ਸਕੂਗਾ। ਬਿਲਕੁਲ, ਕਿਉਂਕਿ ਸੱਚਾਈ ਹੀ ਹੁੰਦੀ ਹੈ, ਝੂਠ ਹੀ ਹੁੰਦਾ। ਤੇ ਮੈਂ ਤਾਂ ਸਾਡੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਗਿਆਨ ਵਿਗਿਆਨ ਦੇ ਸਹਾਰੇ ਸਾਡੇ ਵੇੜੇ ਲੱਗੂਗੇ ਕਿਨਾਰੇ। ਗਿਆਨ ਵਿਗਿਆਨ ਤੋਂ ਬਿਨਾਂ ਔਖੇ। ਜਿਹੜੀਆਂ ਗੱਲਾਂ ਤਰਕਸ਼ੀ ਸੁਸਾਇਟੀ ਵਾਲੇ ਸੱਜਣ, ਜਿਨ੍ਹਾਂ 'ਚ ਖੁਦ ਮੈਂ ਸੀ ਜੀ 84-85 ਜਦੋਂ ਤਰਕਸ਼ੀ ਸੁਸਾਇਟੀ ਅਸੀਂ ਕਰਦੇ ਹੁੰਦੇ ਸੀ, ਇਕੱਠ ਹੁੰਦੇ ਸੀ, ਪ੍ਰੋਗਰਾਮ ਕਰਦੇ ਸੀ, ਇੱਥੇ ਵੀ ਕਰਦੇ ਰਹੇ ਹਾਂ, ਜਿਹੜੀਆਂ ਗੱਲਾਂ ਉਸ ਵੇਲੇ ਕਰਦੇ ਹੁੰਦੇ ਸੀ ਉਹ ਜਿਹੀਆਂ ਗੱਲਾਂ ਜਿਨ੍ਹਾਂ ਨੂੰ ਮਿਸ਼ਨਰੀ ਜਾਂ ਅਪਗ੍ਰੇਡ ਕਿਹਾ ਜਾਂਦਾ ਹੈ, ਅੱਜ 35 ਸਾਲ ਬਾਅਦ ਕਰਨ ਲੱਗੇ ਨੇ। ਜਾਣੀ ਆਪਣੇ ਨਾਲੋਂ 35 ਸਾਲ ਉਹ ਲੋਕ ਪਿੱਛੇ ਨੇ। ਉਹਨਾਂ ਦੇ ਸਮਾਗਮਾਂ ਤੇ, ਹਾਲਾਂਕਿ ਉਹ ਡੇਰਿਆਂ 'ਚ ਸਮਾਗਮ ਹੁੰਦੇ ਨੇ ਤੇ ਉਹ ਡੇਰਾਵਾਦ ਨੂੰ ਨਿੰਦਦੇ ਨੇ, ਤੇ ਉਹ ਕਹਿੰਦੇ ਜੀ ਰੱਬ ਦਾ ਨਾਂ ਨਹੀਂ ਵੇਚਣਾ ਚਾਹੀਦਾ। ਉਹ ਕਿਤੇ ਗੱਲ ਕਰਦੇ ਆ ਰੱਬ ਉੱਪਰ ਬੈਠਾ, ਕਿਤੇ ਥੱਲੇ ਬੈਠਾ, ਕਦੇ ਬੰਦੇ ਦੇ ਅੰਦਰ ਆ, ਕਦੇ ਕਹਿੰਦੇ ਜੀ ਬੰਦਾ ਹੀ ਰੱਬ ਆ। ਹਾਲਾਂਕਿ ਉਹਨਾਂ ਨੂੰ ਪਤਾ ਹੈ ਵੀ ਰੱਬ ਨਾਂ ਦੀ ਕੋਈ ਚੀਜ਼ ਨਹੀਂ, ਉਹਨਾਂ ਨੂੰ ਪਤਾ ਵੀ ਤਰਕਸ਼ੀ ਠੀਕ ਨੇ, ਪਰ ਉਹ ਆਪਣੇ ਆਪ ਨੂੰ ਨਾਸਤਿਕ ਨਹੀਂ ਕਹਾਉਂਦੇ। ਉਹ 35 ਸਾਲ ਪੁਰਾਣੀਆਂ ਗੱਲਾਂ ਉਹ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਕਰ ਲੈਂਦੇ ਨੇ। ਉਹਨਾਂ ਨੂੰ ਹੁਣ ਪਤਾ ਚੱਲ ਗਿਆ ਕਿ ਸਾਡੇ ਪੁਰਾਣੇ ਟੋਟਕੇ ਉਹ ਨਹੀਂ ਵਿਕਣੇ। ਸਮਾਜ ਸਾਡਾ ਇੰਨਾ ਕੁ ਸਿਆਣਾ ਹੋ ਗਿਆ ਕਿ ਉਹ ਅਖੌਤੀ ਚਮਤਕਾਰਾਂ ਦੀ ਕਹਾਣੀਆਂ ਦੇ ਨਾਲ ਇਕੱਠ ਨਹੀਂ ਕਰੂਗਾ, ਹਰੇਕ ਗੱਲ ਦੇ ਉੱਤੇ ਧਾਰਮਿਕ ਨਾਅਰਾ ਸਲੋਗਨ ਨਹੀਂ ਬੋਲੂਗਾ। ਤੇ ਉਹਨਾਂ ਨੇ ਫਿਰ ਆਪਣੇ ਸਮਾਨ ਨੂੰ ਵੇਚਣ ਵਾਸਤੇ ਅਪਡੇਟ ਕਰ ਲਿਆ ਵਰਜ਼ਨ ਨੂੰ। ਅਪਡੇਟ ਉਹਨਾਂ ਨੂੰ ਵਧੀਆ ਲੱਗਾ ਕਿ ਅਸੀਂ ਤਰਕਸ਼ੀਲ ਵਿਚਾਰਧਾਰਾ ਦੇ ਵਿੱਚੋਂ ਗਿਆਨ ਲਈਏ ਤੇ ਉਹਨੂੰ ਧਾਰਮਿਕ ਪੁੱਠ ਚੜਾ ਕੇ ਅਸੀਂ ਲੋਕਾਂ ਤੱਕ ਲੈ ਕੇ ਜਾਈਏ। ਵੀ ਜੇ ਅਸੀਂ ਪੁਰਾਣੀਆਂ ਹੀ ਭੂਤ ਪ੍ਰੇਤਾਂ ਦੀਆਂ ਜਾਂ ਬਿਓ ਮਾਤਾ ਦੀਆਂ ਜਾਂ ਧਰਮਰਾਜ ਦੀਆਂ ਜਾਂ ਪਰੀਆਂ ਪੁਰੀਆਂ ਦੇਵਤਿਆਂ ਦੀਆਂ ਗੱਲਾਂ ਸੁਣਾਈ ਗਏ, ਸਾਡੇ ਇਕੱਠ 'ਚ ਕਿਸੇ ਨੇ ਨਹੀਂ ਆਉਣਾ। ਸੌਰੀ ਟੂ ਇੰਟਰਪਟ। ਇਹਦਾ ਮਤਲਬ ਇਹ ਜਿਹੜੇ ਦੋਨੇ ਨੇ ਟਕਸਾਲੀ ਤੇ ਅਪਗ੍ਰੇਡਡ ਜਾਂ ਮਿਸ਼ਨਰੀ, ਇਹ ਦੇ ਆਰ ਚਿਪਸ ਆਫ ਦਾ ਸੇਮ ਬਲੌਕ। ਇੱਕ ਸਿੱਧਾ ਧਰਮ ਨੂੰ ਵੇਚਦੇ ਨੇ, ਦੂਜਾ ਜਿਹੜੀਆਂ ਤਰਕਸ਼ੀਲਾਂ ਤੋਂ ਜਾਂ ਨਵੇਂ ਵਿਗਿਆਨ ਦੇ ਮੁਤਾਬਕ ਗੱਲਾਂ ਲੈ ਕੇ ਵੇਚਦੇ ਉਹ ਵੀ ਧਰਮ ਨੂੰ ਨੇ। ਤੁਹਾਡਾ ਕਹਿਣ ਦਾ ਮਤਲਬ ਇਹ ਹੈ? ਬਿਲਕੁਲ। ਉਹ ਧਰਮ ਦੀ ਪੁੱਠ ਚੜ੍ਹ ਕੇ ਤਰਕ ਦੀਆਂ ਗੱਲਾਂ ਕਰਦੇ ਨੇ ਤਾਂ ਜੋ ਲੋਕ ਉਹਨਾਂ ਕੋਲੇ ਆਉਂਦੇ ਰਹਿਣ। ਉਹਨਾਂ ਨੂੰ ਇਹ ਹੁੰਦਾ ਵੀ ਸਾਡੇ ਜਿਹੜੇ ਫੋਲੋਵਰ ਨੇ, ਸਾਡੇ ਅਨੁਯਾਈ ਨੇ, ਇਹਨਾਂ ਦੀ ਗਿਣਤੀ ਘਟ ਨਾ ਜਾਵੇ। ਸਾਰੇ ਆਪੋ ਆਪਣੇ ਫੋਲੋਵਰ ਦੀ ਗਿਣਤੀ ਬਰਕਰਾਰ ਰੱਖਣ ਵਾਸਤੇ ਜਾਂ ਵਧਾਉਣ ਵਾਸਤੇ ਜਾਂ ਘਟਣ ਤੋਂ ਬਚਾਉਣ ਵਾਸਤੇ ਉਹ ਤਰ੍ਹਾਂ ਦੀ ਅਪਗ੍ਰੇਡੇਸ਼ਨ ਕਰਦੇ ਨੇ ਆਪਣੇ ਵਿਚਾਰਾਂ ਦੇ ਵਿੱਚ। ਮਤਲਬ ਇਹਨਾਂ ਦੇ ਅੰਦਰ ਦੀ ਵਿਰੋਧਤਾ ਹੀ ਆ, ਉਹਨਾਂ ਦੇ ਆਪਣੇ ਵਿਰੋਧ। ਪੰਜਾਬ ਦੇ ਵਿੱਚ ਕਿਉਂਕਿ ਆਪਾਂ ਗੱਲਾਂ ਪੰਜਾਬ ਦੇ ਵਹਿਮਾਂ ਭਰਮਾਂ ਦੀਆਂ ਕਰਦੇ ਆ, ਬਾਕੀ ਹੋਰ ਵੀ ਕਰਦੇ ਆ। ਪੰਜਾਬ ਦੇ ਵਿੱਚ ਇੱਕ ਖਾਸ ਵਰਗ ਆ, ਉਹ ਵਰਗ ਦੁਹਾਈ ਪਾਉਂਦਾ ਵੀ ਅਸੀਂ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੇ ਆ। ਉਹ ਜੀ ਉਂਝ ਡੇਰਾਵਾਦ ਦੇ ਵਿਰੋਧੀ ਆ। ਉਹ ਕਹਿੰਦੇ ਜਿਹੜੇ ਆ ਕੁਝ ਖਾਸ ਧਾਰਮਿਕ ਲੋਕ ਨੇ ਇਹ ਕਲਯੁਗੀ ਜੀਵਾਂ ਨੂੰ ਗੁਰੂ ਵਾਲਾ ਬਣਾਉਂਦੇ ਨੇ। ਕੀ ਇਹਨਾਂ ਲੋਕਾਂ ਨੇ ਪੋਜ਼ਿਟਿਵ ਰੋਲ ਪੰਜਾਬ ਦੇ ਵਿੱਚ ਕੋਈ ਕੀਤਾ, ਕੋਈ ਸਮਾਜਿਕ ਕੰਮ ਕੀਤਾ,
ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਪੋਜ਼ਿਟਿਵ ਤਬਦੀਲੀ ਆਈ ਹੈ ਇਹਨਾਂ ਦੇ ਕਾਰਨਾਮਿਆਂ ਕਰਕੇ, ਕਿ ਵੈਸੇ ਹੀ ਇਹ ਧਾਰਮਿਕ ਪ੍ਰਚਾਰ ਕਰੀ ਜਾਂਦੇ ਨੇ ਤੇ ਲੋਕ ਮਹਿਸੂਸ ਕਰਦੇ ਨੇ ਕਿ ਵਾਕਈ ਕੁਝ ਕੀਤਾ ਜਾਂ ਨਹੀਂ ਕੀਤਾ? ਦੇਖੋ, ਮੇਰੇ ਮੁਤਾਬਕ ਜਦੋਂ ਕੋਈ ਨਾ ਕੋਈ ਧਾਰਮਿਕ ਪ੍ਰਚਾਰ ਦੇ ਤਹਿਤ ਕੋਈ ਵੱਡਾ ਸਾਰਾ ਕੈਂਪ ਲਾ ਕੇ ਕੁਝ ਬੰਦਿਆਂ ਨੂੰ ਕੁਝ ਧਾਰਮਿਕ ਚਿੰਨ੍ਹ ਦੇ ਦਿੱਤੇ ਜਾਂਦੇ ਨੇ, ਅੱਗੇ ਤੁਸੀਂ ਆਹ ਅਪਣਾ ਲਓ, ਤੁਹਾਡੀ ਜ਼ਿੰਦਗੀ ਸੌਖੀ ਹੋ ਜਾਊਗੀ, ਮੈਨੂੰ ਲੱਗਦਾ ਹੈ ਵੀ ਉਹ ਸਿਰਫ ਹਾਰਡਵੇਅਰ ਦੀ ਤਬਦੀਲੀ ਕਰਦੇ ਨੇ, ਜਿਹੜਾ ਸੌਫਟਵੇਅਰ ਇੱਥੇ ਹੈ ਉਹ ਤਾਂ ਉੱਥੇ ਹੀ ਰਹਿੰਦਾ, ਉੱਥੇ ਹੀ ਰਹਿੰਦਾ। ਹਾਂ, ਵਾਹ ਜੀ ਵਾਹ, ਕੀ ਬਾਤ ਹੈ। ਜਦੋਂ ਗੱਲ ਚੱਲਦੀ ਹੈ ਦੁਨੀਆ ਲੈਵਲ ਦੇ ਉੱਤੇ ਤਰਕਸ਼ੀਲਤਾ ਦੀ, ਤਾਂ ਜਿਹੜੇ ਸਿਸਟਮ ਕੁਝ ਇਹੋ ਜਿਹੇ ਨੇ ਸਕੈਂਡੀਨੇਵੀਅਨ ਕੰਟਰੀਜ਼ ਦੇ ਵਿੱਚ ਜਿੱਥੇ ਧਾਰਮਿਕ ਲੋਕ ਘੱਟ ਨੇ, ਉੱਥੇ ਜਿਹੜਾ ਵੀ ਬੰਦ ਹੋ ਗਿਆ ਕ੍ਰਾਈਮ ਘਟਦਾ ਜਾਂਦਾ। ਉੱਥੇ ਕ੍ਰਾਈਮ ਘਟਣ ਦੇ ਨਾਲ ਸਮਾਜ ਦੇ ਵਿੱਚ ਈਵਨੈਸ ਥੋੜੀ ਜਿਹੀ ਆਈ ਜਾਂਦੀ ਵੀ ਸਾਰੇ ਥੋੜਾ ਜਿਹਾ ਇੱਕੋ ਲੈਵਲ ਤੇ ਅੱਗੇ ਵਧ ਰਹੇ ਨੇ। ਕੁਝ ਸਮਾਜ ਇਹੋ ਜਿਹੇ ਨੇ ਜਿੱਥੇ ਅਮੀਰ ਲੋਕ ਅੱਗੇ ਵਧ ਰਹੇ ਨੇ, ਕੁਝ ਸਮਾਜ ਆ ਜਿੱਥੇ ਲੋਕ ਬਹੁਤ ਪਛੜੇ ਹੋਏ ਨੇ, ਉੱਥੇ ਕ੍ਰਾਈਮ ਜ਼ਿਆਦਾ। ਭਾਰਤ ਦੇ ਵਿੱਚ ਤੁਸੀਂ ਆਉਂਦੇ ਸਾਲਾਂ ਦੇ ਵਿੱਚ ਕੀ ਸਥਿਤੀ ਵੇਖਦੇ ਹੋ ਵੀ ਤਰਕਸ਼ੀਲ ਸੰਸਥਾਵਾਂ ਜਾਂ ਵਿਗਿਆਨ ਦੀ ਟੈਕਨੋਲੋਜੀ ਤਰੱਕੀ ਨਾਲ ਕੁਝ ਆਪਣੇ ਆਪ ਹੀ ਲੋਕਾਂ ਨੇ ਆਪਣੇ ਆਪ ਨੂੰ ਅਪਡੇਟ ਕਰਨਾ ਹੁੰਦਾ ਵੀ ਆਉਂਦੇ 10 15 20 ਸਾਲਾਂ ਦੇ ਪਿਕਚਰ ਕਿੱਧਰ ਨੂੰ ਜਾ ਰਹੀ ਹੈ ਭਾਰਤ ਦੀ? ਕੁਝ ਲੋਕ ਸਿਆਣੇ ਹੋਣਗੇ ਉੱਥੇ। ਮੈਨੂੰ ਤਾਂ ਇਹ ਲੱਗਦਾ ਹੈ ਕਿ ਭਾਰਤ ਦੀ ਹਾਲਤ ਆਉਣ ਵਾਲੇ ਸਾਲਾਂ 'ਚ ਚਿੰਤਾਜਨਕ ਬਣਦੇ ਜਾ ਰਹੀ ਹੈ, ਕਿਉਂਕਿ ਵੱਡੀਆਂ ਤਾਕਤਾਂ ਭਾਰਤ ਨੂੰ ਵਿਗਿਆਨ ਦੀਆਂ ਲੀਹਾਂ ਤੇ ਉੱਪਰ ਚੜਾਉਣ ਦੀ ਬਜਾਏ ਹੇਠਾਂ ਧਰਾਤਲ ਵੱਲ ਲੈ ਕੇ ਜਾ ਰਹੀਆਂ ਨੇ। ਉਹ ਚਾਹੇ ਕਿਸੇ ਸਰਮਾਏਦਾਰ ਤਬਕੇ ਦੇ ਪਿੱਛੇ ਲਾ ਕੇ ਕੰਮ ਕਰਦੀਆਂ ਨੇ, ਚਾਹੇ ਕਿਸੇ ਹੋਰ ਮਨੋਰਥ ਨਾਲ ਕੰਮ ਕਰਦੀਆਂ ਨੇ। ਤੇ ਆਪਾਂ ਹੁਣ ਪਹਿਲੇ ਗੱਲ ਕਰਕੇ ਹਟਿਆ ਕਿ ਉਹ ਪੁਰਾਣੀਆਂ ਅਖੌਤੀ ਕਹਾਣੀਆਂ ਦੇ ਨਾਂ ਦੇ ਉੱਤੇ ਆਪਣੇ ਜੋ ਧਰਮ ਦੀ ਪੁੱਠ ਚਾੜ ਕੇ ਵਿਗਿਆਨ ਕਹਿੰਦੇ ਸੀ ਉਹਨੂੰ ਵੀ ਕੌਰਮਾਂ ਦੀ ਗੱਲ ਕੀਤੀ ਸੀ ਤੁਸੀਂ ਨੇ, ਹੋਰ ਧ੍ਰਿਤਰਾਸ਼ਟਰੀ ਗੱਲ ਕੀਤੀ ਸੀ ਨਾ। ਤੇ ਪਰ ਫਿਰ ਵੀ ਜਿਹੜੇ ਵਿਗਿਆਨਕ ਸੋਚ ਵਾਲੇ ਲੋਕ ਆ, ਅਸੀਂ ਆਪਣੀ ਸਮਰੱਥਾ ਮੁਤਾਬਕ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਭਾਰਤ ਦੇ ਲੋਕਾਂ ਨੂੰ ਵਿਗਿਆਨਕ ਸੋਚ ਦੇ ਕੇ ਉਹਨਾਂ ਨੂੰ ਆਪਣੀ ਕਿਸਮਤ ਦੇ ਮਾਲਕ ਆਪ ਬਣਨ ਵਾਸਤੇ ਤਿਆਰ ਕਰੀਏ, ਤਾਂ ਜੋ ਜਿਹੜੀਆਂ ਸਮਾਜ ਨੂੰ ਪੁੱਠੇ ਪਾਸੇ ਜਾਂ ਪੁੱਠਾ ਗੇੜੇ ਦੇ ਰਹੇ ਨੇ, ਪੁੱਠੇ ਪਾਸੇ ਲੈ ਕੇ ਜਾ ਤਾਕਤਾਂ ਨੇ, ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ ਤੇ ਲੋਕਾਂ ਨੂੰ ਆਪਣੀ ਜ਼ਿੰਦਗੀ ਖੁਦ ਜਿਉਣ ਦਾ ਅਧਿਕਾਰ ਲੈਣ ਵਾਸਤੇ, ਖੁਦ ਫੈਸਲਾ ਕਰਨ ਵਾਸਤੇ ਤਿਆਰ ਕੀਤਾ ਜਾਵੇ। ਨਾਸਤਿਕ ਤੇ ਤਰਕਸ਼ੀਲ 'ਚ ਕੀ ਫਰਕ ਹੁੰਦਾ? ਕੀ ਹਰੇਕ ਤਰਕਸ਼ੀਲ ਨਾਸਤਿਕ ਹੁੰਦਾ? ਕੀ ਹਰੇਕ ਨਾਸਤਿਕ ਤਰਕਸ਼ੀਲ ਹੁੰਦਾ? ਤਰਕਸ਼ੀਲਾਂ ਤੋਂ ਬਿਨਾਂ ਹੋਰ ਵੀ ਕੋਈ ਨਾਸਤਿਕ ਹੋ ਸਕਦਾ? ਕਾਮਰੇਡਾਂ ਦਾ ਨਾਸਤਿਕਤਾ ਤੇ ਤਰਕਸ਼ੀਲਾਂ ਦਾ ਇਹਨਾਂ ਦਾ ਕੀ ਕੋਈ ਰਿਲੇਸ਼ਨ ਹੈਗਾ ਆਪਸ ਵਿੱਚ ਦੀ? ਕਿਉਂਕਿ ਲੋਕ ਇਹਨਾਂ ਨੂੰ ਅਲੱਗ-ਅਲੱਗ ਨਿਗਾਹ ਨਾਲ ਵੇਖਦੇ ਨੇ, ਕੁਝ ਇਹਨਾਂ ਨੂੰ ਸਾਰਿਆਂ ਨੂੰ ਇੱਕੋ ਚੌਕ ਤੇ ਫਿੱਟ ਕਰਦੇ ਨੇ। ਦੇਖੋ, ਨਾਸਤਿਕ ਹੋਣਾ ਕਾਫੀ ਨਹੀਂ ਹੈਗਾ। ਜੋ ਕੋਈ ਵਿਅਕਤੀ ਰੱਬ ਜਾਂ ਕਿਸੇ ਸੋ ਕਾਲਡ ਸੁਪਰਨੈਚੁਰਲ ਪਾਵਰ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਦਾ, ਉਹ ਨਾਸਤਿਕ ਮੰਨਿਆ ਜਾਂਦਾ ਆਮ ਕਰਕੇ। ਤੇ ਜਿਹੜਾ ਨਾਸਤਿਕ ਹੈ ਉਹ ਚੰਗਾ ਵਿਅਕਤੀ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਨਾਸਤਿਕ ਵਿਅਕਤੀਆਂ ਨੇ ਬਹੁਤ ਲੋਕ ਭਲਾਈ ਦੇ ਕੰਮ ਵੀ ਕੀਤੇ, ਤੇ ਨਾਸਤਿਕ ਵਿਅਕਤੀ ਇਤਿਹਾਸ ਦੇ ਵਿੱਚ ਬਹੁਤ ਕਰੂਅਲ ਵੀ ਸਾਬਤ ਹੋਏ ਨੇ, ਜ਼ਾਲਮ ਵੀ ਸਾਬਤ ਹੋਏ ਨੇ। ਤੇ ਹੁਣ ਵੀ ਸਾਡੇ ਬਹੁਤ ਸਾਰੇ ਨਾਸਤਿਕ ਵਿਅਕਤੀ ਜਿਹੜੇ ਅੰਦਰੋਂ ਨਾਸਤਿਕ ਨੇ, ਉੱਤਰੋਂ ਕਿਸੇ ਨਾ ਕਿਸੇ ਧਰਮ ਨਾਲ ਘੋਟਾ ਪੈਣਿਆ ਹੋਇਆ, ਉਹ ਵੀ ਸਾਡੇ ਸਮਾਜ ਦਾ ਲੋਕਾਂ ਦਾ ਨੁਕਸਾਨ ਕਰ ਰਹੇ ਨੇ। ਜਿੱਥੇ ਤੱਕ ਤਰਕਸ਼ੀਲਤਾ ਵਾਲੀ ਗੱਲ ਹੈ, ਜਿਹੜੀ ਲੋਕ ਪੱਖੀ ਤਰਕਸ਼ੀਲਤਾ ਹੈ, ਨਿੱਜੀ ਤਰਕ ਘੜਨੇ ਨਹੀਂ ਹੈਗੇ ਆਪਣੇ ਸਵਾਰਥ ਵਾਸਤੇ, ਜਿਹੜੀ ਲੋਕ ਪੱਖੀ ਤਰਕਸ਼ੀਲਤਾ ਹੈ ਉਹ ਤਕਰੀਬਨ ਨਾਸਤਿਕਤਾ ਹੁੰਦੇ ਹੀ ਨੇ। ਹਾਂ, ਪਰ ਅਸੀਂ ਜਿਵੇਂ ਤਰਕ ਛੱਡੀ ਵਾਲਿਆਂ ਨੇ ਇੱਕ ਉਮੀਦਵਾਰ ਮੈਂਬਰ ਦੀ ਪ੍ਰੋਵੀਜ਼ਨ ਰੱਖੀ ਹੋਈ ਹੈ ਵੀ ਜੇ ਕੋਈ ਵਿਅਕਤੀ ਤਰਕ ਛੱਡ ਦੇ ਕੰਮ ਨੂੰ ਸਹੀ ਮੰਨਦਾ, ਲੋਕ ਭਲਾਈ ਦੇ ਕੰਮਾਂ ਨੂੰ ਕਰਨਾ ਚਾਹੁੰਦਾ ਹੈ, ਉਹ ਕਿਸੇ ਨਾ ਕਿਸੇ ਆਪਣੇ ਧਾਰਮਿਕ ਅਕੀਦੇ ਵਿੱਚ ਵਿਸ਼ਵਾਸ ਕਰਦਾ ਹੋਇਆ ਵੀ ਸਾਡੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਸਕਦਾ। ਅਸੀਂ ਸਾਰੇ ਹੀ ਧਾਰਮਿਕ ਵਿਅਕਤੀਆਂ ਨੂੰ ਵੈਲਕਮ ਕੀਤਾ ਹੋਇਆ, ਅੱਜ ਵੀ ਤੁਹਾਡੇ ਰਾਹੀਂ ਵੈਲਕਮ ਕਰਦੇ ਹਾਂ ਕਿ ਅਸੀਂ ਭਾਈ ਤੁਹਾਡੇ ਧਰਮ ਦੇ ਵਿਰੋਧੀ ਨਹੀਂ ਹੈਗੇ। ਇਸ ਤਾਂ ਜਦੋਂ ਧਰਮ ਦੇ ਨਾਂ ਤੇ ਜਾਂ ਰੱਬ ਦੇ ਨਾਂ ਤੇ ਕਿਸੇ ਵਿਅਕਤੀ ਦਾ ਸ਼ੋਸ਼ਣ ਹੁੰਦਾ ਹੈ, ਉਦੋਂ ਉਹ ਸ਼ੋਸ਼ਣ ਦਾ ਵਿਰੋਧ ਕਰਦੇ ਹਾਂ। ਸੋ ਆਓ ਜੀ ਆਇਆਂ ਨੂੰ ਸਾਡੇ ਨਾਲ ਮੋਢਾ ਲਾ ਕੇ ਕੰਮ ਕਰੋ, ਤਾਂ ਜੋ ਆਪਾਂ ਸਮਾਜ ਦਾ ਇੱਕ ਫਾਇਦਾ ਕਰ ਸਕੀਏ। ਵੈਸੇ ਸੌਰੀ ਟੂ ਇੰਟਰਪਟ, ਮੈਂ ਤੁਹਾਡੇ ਮੂੰਹ ਇਹ ਗੱਲ ਪਹਿਲੀ ਵਾਰੀ ਸੁਣੀ ਆ ਵੀ ਜਿਹੜੇ ਤਰਕਸ਼ੀਲ ਨੇ ਉਹ ਧਾਰਮਿਕ ਤੇ ਰੱਬ ਵਿਰੋਧੀ ਨੇ। ਰੱਬ ਤਾਂ ਕਿਉਂਕਿ ਹੋਂਦ ਨੂੰ ਮੰਨਦੇ ਹੀ ਨਹੀਂ, ਵਿਰੋਧੀ ਤਾਂ ਉਹਦਾ ਹੋਣਾ ਨਾ ਜੇ ਕਿਸੇ ਦੀ ਹੋਂਦ ਹੋਵੇ। ਤੇ ਧਾਰਮਿਕ ਵਿਰੋਧੀ ਇਸ ਲਈ ਨਹੀਂ, ਤੁਹਾਡੀਆਂ ਗੱਲਾਂ 'ਚੋਂ ਇਸ ਤਰ੍ਹਾਂ ਝਲਕਦਾ ਵੀ ਜੇ ਧਾਰਮਿਕ ਲੋਕ ਚੰਗੇ ਕੰਮ ਕਰਦੇ ਨੇ, ਇਨਸਾਨੀਅਤ ਵਾਲੇ, ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ। ਪਰ ਕਈ ਤੱਤੇ ਤਰਕਸ਼ੀਲ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੀ ਇਹ ਬਣਾਇਆ ਹੁੰਦਾ ਵੀ ਉਹਨਾਂ ਨੇ ਹੋਰ ਕੁਝ ਨਹੀਂ ਕਰਨਾ, ਉਹਨਾਂ ਨੇ ਧਰਮ ਨੂੰ ਹੀ ਨਿੰਦੀ ਜਾਣਾ। ਨਹੀਂ, ਤੱਤੇ ਤਰਕਸ਼ੀਲ ਨਹੀਂ, ਮੈਂ ਸਮਝਦਾ ਵੀ ਤਰਕਸ਼ੀਲਤਾ ਦਾ ਜੋ ਰਸਤਾ ਹੈ, ਉਹ ਪ੍ਰੋਸੈਸ ਹੈ, ਉਹ ਇੱਕ ਥੋੜਾ ਜਿਹਾ ਲੰਬਾ ਹੈ। ਸਾਨੂੰ ਕਿਉਂਕਿ ਬਚਪਨ ਦੇ ਵਿੱਚ ਹੀ ਧਾਰਮਿਕ ਦੀ ਪੁੱਠ ਪਾਟ ਚਾੜੀ ਜਾਂਦੀ ਹੈ, ਸਾਡੇ ਆਲੇ ਦੁਆਲੇ ਬੜਾ ਵੱਡਾ ਜਾਲ ਬਣਿਆ ਹੁੰਦਾ ਹੈ, ਉਹ ਜਾਲ ਨੂੰ ਕੱਟ ਕੇ ਨਰੋਲ
ਪਰਪੱਕ ਤਰਕਸ਼ੀਲ ਬਣਨ ਦੇ ਵਾਸਤੇ ਥੋੜਾ ਟਾਈਮ ਲੱਗਦਾ ਹੈ। ਹੋ ਸਕਦਾ ਹੈ ਕਿਸੇ ਸਾਥੀ ਵੱਲੋਂ ਥੋੜਾ ਜਿਹਾ ਤਿੱਖੀ ਗੱਲ ਕਰ ਦਿੱਤੀ ਗਈ ਹੋਵੇ, ਪਰ ਤਰਕਸ਼ੀਲ ਕਦੇ ਵੀ ਤਿੱਖੀ ਗੱਲ ਨਹੀਂ ਕਰਦੇ, ਸੋਚ ਕੇ ਸਮਝ ਕੇ ਫੇਰ ਗੱਲ ਕਰਦੇ ਨੇ, ਕਿਹਦੇ ਨਾਲ ਗੱਲ ਕਰ ਰਹੇ ਹਾਂ, ਕਦੋਂ ਕਰ ਰਹੇ ਹਾਂ, ਕਿੱਥੇ ਕਰ ਰਹੇ ਹਾਂ। ਤੇ ਤਰਕਸ਼ੀਲਾਂ ਦਾ ਆਪਣਾ ਨਿੱਜੀ ਕੋਈ ਲਾਲਚ ਨਹੀਂ ਹੁੰਦਾ ਹੈਗਾ ਤਰਕ ਦੀ ਗੱਲ ਕਰਨ ਵਾਸਤੇ, ਕਿਉਂਕਿ ਆਪ ਤਾਂ ਤਰਕਸ਼ੀਲ ਬਣਨਗੇ, ਸਾਨੂੰ ਤਾਂ ਕੋਈ ਨਾ ਜੋਤਸ਼ੀ ਗੁੰਮਰਾਹ ਕਰ ਸਕਦਾ, ਕੋਈ ਨਾ ਤਾਂਤਰਿਕ, ਨਾ ਕੋਈ ਹੋਰ ਬਾਬਾ। ਅਸੀਂ ਆਪਣੀ ਜ਼ਿੰਦਗੀ ਸਿਰਫ ਜਿਉਣੀ ਹੋਵੇ, ਸਾਡੇ ਨੂੰ ਤਾਂ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸਾਡੀ ਤਾਂ ਅੱਧੀ એનર્ਜੀ, ਅੱਧੀ ਆਮਦਨ ਸਾਡੇ ਆਰਾਮ ਨਾਲ ਘਰੇ ਸੇਫ ਹੈ, ਜਿਹੜੀ ਧਾਰਮ ਕੰਮਾਂ ਤੇ ਲੱਗਣੀ ਸੀਗੀ। ਜੇ ਅਸੀਂ ਤਰਕਸ਼ੀਲ ਦੇ ਤੌਰ ਤੇ ਇਕੱਠੇ ਹੋ ਕੇ ਤਰਕਸ਼ੀਲ ਸੋਸਾਇਟੀ ਬਣਾਈ ਹੈ, ਤਾਂ ਸਿਰਫ ਤੇ ਸਿਰਫ ਉਹ ਲੋਕਾਂ ਦੀ ਭਲਾਈ ਵਾਸਤੇ ਹੀ ਬਣਾਈ ਹੈ। ਵਾਹ ਜੀ ਵਾਹ, ਕੀ ਬਾਤ ਹੈ। ਇਹਦਾ ਮਤਲਬ ਤੁਹਾਡਾ ਜਿਹੜਾ ਮੁੱਖ ਉਦੇਸ਼ ਆ ਉਹ ਆਪਦੀ ਜ਼ਿੰਦਗੀ ਨੂੰ ਸੁਧਾਰਨਾ ਨਹੀਂ, ਆਪਦੀ ਜ਼ਿੰਦਗੀ ਨੂੰ ਬੰਦਾ ਆਪੇ ਹੀ ਸੁਧਾਰ ਲੂ। ਉਹ ਇਕੱਠੇ ਹੋ ਕੇ ਕਿਹੋ ਜਿਹਾ ਹੰਬਲਾ ਮਾਰਨਾ ਜਿਹਦੇ ਨਾਲ ਆਮ ਲੋਕਾਂ ਦਾ ਜਿਹੜਾ ਥਾਟ ਪ੍ਰੋਸੈਸ ਆ ਉਹ ਤੇਜ਼ ਹੋਵੇ, ਉਹ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣ ਲੱਗਣ, ਉਹ ਆਪਣੀਆਂ ਜ਼ਿੰਦਗੀ ਦੀਆਂ ਪ੍ਰੋਬਲਮ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਤੇ ਸਮਾਜ ਨੂੰ ਤੇ ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀ ਗੱਲ ਕਰਨ। ਜਦੋਂ ਗੱਲ ਆਉਂਦੀ ਆ ਵਿਸ਼ਵਾਸਾਂ ਦੀ, ਜਦੋਂ ਨਾਰਮਲ ਇੱਕ ਇੰਟਰੈਕਸ਼ਨ ਦਾ ਪ੍ਰੋਸੈਸ ਚੱਲਦਾ, ਡਿਬੇਟ ਚੱਲ ਰਹੀ ਹੁੰਦੀ ਹੈ, ਕਿਉਂਕਿ ਸਾਡੇ ਸਮਾਜ 'ਚ ਇਗਨੋਰੈਂਸ ਕਰਕੇ ਪੀੜ੍ਹੀ ਦਰ ਪੀੜ੍ਹੀ ਇਹ ਪ੍ਰੋਸੈਸ ਚੱਲਿਆ ਆਉਂਦਾ। ਕੁਝ ਕਰੈਕਟਰ ਬਣ ਗਏ ਨੇ। ਇੱਕ ਕਰੈਕਟਰ ਆ ਵੀ ਬੀਬਾ ਰਾਣਾ ਬੰਦਾ, ਧਾਰਮਿਕ ਬੰਦਾ, ਪਾਠ ਪੂਜਾ ਕਰਨ ਵਾਲਾ ਬੰਦਾ, ਉਹ ਤਾਂ ਬਸ ਰੱਬ ਦਾ ਰੂਪ ਆ ਜੀ, ਉਹ ਤਾਂ ਬਹੁਤ ਚੰਗਾ, ਇੱਕ ਚੰਗਾ ਇਮੇਜ ਬਣ ਗਿਆ ਨਾ। ਇੱਕ ਹੈ ਜੀ ਨਾਸਤਿਕ ਬੰਦਾ, ਕਿੰਤੂ ਪ੍ਰੰਤੂ ਕਰਨ ਵਾਲਾ, ਹਰ ਇੱਕ ਗੱਲ ਤੇ ਕਾਰਨ ਲੱਭਣ ਵਾਲਾ, ਉਹ ਜੀ ਬੰਦਾ ਮਾੜਾ। ਫਿਰ ਜਦੋਂ ਬੱਚਿਆਂ ਦੇ ਦਿਮਾਗ 'ਚ ਇਹ ਜਿਹੀਆਂ ਗੱਲਾਂ ਪੀੜ੍ਹੀ ਦਰ ਪੀੜ੍ਹੀ ਜਾਂਦੀਆਂ ਨੇ, ਤੇ ਪਹਿਲਾਂ ਜਦੋਂ ਤੁਸੀਂ ਇੱਕ ਆਮ ਬੱਚੇ ਨੂੰ, ਆਮ ਬੰਦੇ ਨੂੰ ਮਿਲਦੇ ਆ, ਉਹਦੇ ਦਿਮਾਗ 'ਚ ਇੱਕ ਮਾਨਸਿਕ ਦੀਵਾਰ ਖੜੀ ਹੋ ਜਾਂਦੀ, ਉਹ ਕਹਿੰਦੇ ਜੀ ਤਾਂ ਨਾਸਤਿਕ ਆ, ਇਹ ਤਾਂ ਉਹੋ ਹੀ ਆ ਜਿਹੜਾ ਧਾਰਮਿਕ ਗ੍ਰੰਥਾਂ ਨੂੰ ਨਿੰਦਾ। ਹਾਲਾਂਕਿ ਨਿੰਦਣ ਦਾ ਨੂੰ ਮਤਲਬ ਨਹੀਂ ਪਤਾ ਵੀ ਖੋਜ ਕਰਨੀ, ਕ੍ਰਿਟਿਸਿਜ਼ਮ ਕਰਨਾ ਤੇ ਉਹਦੇ ਮੁਤਾਬਕ ਵਿਗਿਆਨਕ ਪ੍ਰਕਿਰਿਆ, ਸੋਚਣ ਦੀ ਪ੍ਰਕਿਰਿਆ 'ਚੋਂ ਨਿਕਲ ਕੇ ਠੀਕ ਡਿਸੀਜਨ ਲੈਣਾ ਹੈ ਜੀ। ਉਹ ਆਪਣੇ ਹਿਸਾਬ ਨਾਲ ਨਿੰਦ ਰਿਹਾ ਹੁੰਦਾ। ਸੋਚਣ ਵਾਲਾ ਜਿਹਦੇ ਦਿਮਾਗ 'ਚ ਪਹਿਲਾਂ ਚੱਲ ਰਿਹਾ, ਉਹ ਆਪਣੇ ਹਿਸਾਬ ਨਾਲ ਉਹਨੂੰ ਵੇਖ ਰਿਹਾ ਹੁੰਦਾ। ਇੱਕ ਪਹਿਲਾਂ ਹੀ ਗੈਪ ਪੈ ਜਾਂਦਾ। ਜਦੋਂ ਪਹਿਲਾਂ ਗੈਪ ਪੈ ਜਾਂਦਾ, ਮਨੁੱਖ ਦੀ ਇੱਕ ਪ੍ਰਵਿਰਤੀ ਆ, ਉਹ ਆਪਣੀ ਗੱਲ ਦਾ ਨਾ ਉਹਦਾ ਹੰਗਾਰਾ ਚਾਹੁੰਦਾ ਵੀ ਜਿਵੇਂ ਉਹਦੇ ਦਿਮਾਗ 'ਚ ਪਿਆ। ਜੇ ਕੋਈ ਦੀ ਪ੍ਰੋੜਤਾ ਕਰਦਾ ਉਹਨੂੰ ਚੰਗਾ ਲੱਗਦਾ, ਜੇ ਕੋਈ ਦੀ ਪ੍ਰੋੜਤਾ ਨਹੀਂ ਕਰਦਾ ਉਹਦੇ ਦਿਮਾਗ 'ਚ ਇਮੇਜ ਮਾੜਾ ਬਣ ਜਾਂਦਾ। ਅੱਜ ਕੱਲ੍ਹ ਇੱਕ ਸ਼ਬਦ ਆ, ਕਹਿੰਦੇ ਜੀ ਉਹਦਾ ਨੈਗੇਟਿਵ ਗੱਲਾਂ ਕਰਦਾ। ਮਤਲਬ ਇਹਨੂੰ ਪਾੜੇ ਨੂੰ ਕਿਵੇਂ ਤੁਸੀਂ ਮਿਥਦੇ ਹੋ? ਇਹ ਪਾੜੇ ਕਰਕੇ ਬਹੁਤ ਲੋਕ ਤੁਹਾਡੀਆਂ ਗੱਲਾਂ ਨਹੀਂ ਸੁਣਦੇ। ਦੇਖੋ, ਪਾੜਾ ਪਾਉਂਦਾ ਕੌਣ ਹੈ? ਇੱਕ ਆਮ ਵਿਅਕਤੀ ਜਿੰਨਾ ਮਰਜ਼ੀ ਧਾਰਮਿਕ ਹੋਵੇ, ਉਹਨੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਆ, ਮਿਹਨਤ ਕਰਕੇ 4 ਪੈਸੇ ਕਮਾਉਣੇ ਨੇ, ਪਰਿਵਾਰ ਨੂੰ, ਕਬੀਲਦਾਰੀ ਨੂੰ ਚਲਾਉਣਾ। ਲੇਕਿਨ ਜਿਹੜੇ ਧਾਰਮਿਕ ਵਿਅਕਤੀਆਂ ਦੀ ਧਾਰਮਿਕਤਾ ਦਾ ਨਾਜਾਇਜ਼ ਫਾਇਦਾ ਲੈ ਕੇ ਕੁਝ ਲੋਕ ਆਪਣੇ ਚੁੱਲ੍ਹੇ ਤਪਦੇ ਰੱਖਦੇ ਨੇ, ਉਹ ਨਹੀਂ ਚਾਹੁੰਦੇ ਕਿ ਉਹਨਾਂ ਧਾਰਮਿਕ ਵਿਅਕਤੀਆਂ ਤੱਕ ਤਰਕਸ਼ੀਲ ਵਿਚਾਰਧਾਰਾ ਪਹੁੰਚੇ। ਜੇ ਉਹਨਾਂ ਤੱਕ ਤਰਕਸ਼ੀਲ ਵਿਚਾਰਧਾਰਾ ਪਹੁੰਚੀ, ਉਹਨਾਂ ਨੇ ਚੜਾਵੇ ਚੜਾਉਣੇ ਬੰਦ ਕਰ ਦੇਣੇ ਨੇ, ਤੇ ਉਹਨਾਂ ਦੇ ਵੇਲੜਾਂ ਨੂੰ ਜਿਹੜੀ ਚੰਗੀ ਮਾਇਆ ਮਿਲਦੀ ਹੈ, ਚੰਗੇ ਚੜਾਵੇ ਮਿਲਦੇ ਨੇ, ਉਹ ਬੰਦ ਹੋ ਜਾਣੇ ਨੇ। ਫਿਰ ਉਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਪ੍ਰਚਾਰ ਸ਼ੁਰੂ ਕਰ ਦਿੰਦੇ ਨੇ ਵੀ ਜਿਹੜੇ ਤਰਕਸ਼ੀਲ ਨੇ ਜਾਂ ਨਾਸਤਿਕ ਨੇ, ਇਹਨਾਂ ਦੇ ਮੱਥੇ ਨਾ ਲੱਗਿਓ, ਹੈ ਜੀ, ਵੀ ਇਹ ਤਾਂ ਰੱਬ ਨੂੰ ਨਹੀਂ ਮੰਨਦੇ, ਫਲਾਣਾ ਨਹੀਂ ਮੰਨਦੇ। ਇਸ ਤਰ੍ਹਾਂ ਦਾ ਨਾ ਪੱਖੀ ਜੋ ਪ੍ਰਚਾਰ ਹੈ, ਉਹ ਤਰਕਸ਼ੀਲਾਂ ਬਾਰੇ ਆਮ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਤੇ ਬਹੁਤ ਸਾਰੇ ਲੋਕ ਉਸ ਪ੍ਰਚਾਰ ਦਾ ਸ਼ਿਕਾਰ ਹੋ ਕੇ ਸਾਥੋਂ ਦੂਰੇ ਵੀ ਬਣਾਉਂਦੇ ਨੇ। ਪਰ ਜਦੋਂ ਨੇੜੇ ਹੋ ਕੇ ਸਾਨੂੰ ਵੇਖਦੇ ਨੇ, ਸਾਡੇ ਨਾਲ ਵਰਤਦੇ ਨੇ, ਸਾਡੇ ਕੰਮ ਦੇਖਦੇ ਨੇ, ਅਸੀਂ ਉਹਨਾਂ ਦੇ ਕੰਮ ਆਉਨੇ ਆ, ਹੈ ਜੀ, ਤਾਂ ਉਹ ਸਾਡੇ ਨੇੜੇ ਆ ਜਾਂਦੇ ਨੇ। ਤੇ ਉਹਨਾਂ ਦੇ ਵੱਲੋਂ, ਜਿਹੜੇ ਚਲਾਕ ਲੋਕਾਂ ਵੱਲੋਂ, ਉਹਨਾਂ ਦੇ ਆਲੇ ਦੁਆਲੇ ਇੱਕ ਧਾਰਮਿਕਤਾ ਦਾ ਜਾਲ ਬਣਿਆ ਹੁੰਦਾ, ਉਹਨੂੰ ਕੱਟ ਕੇ ਸਾਡੇ ਕੋਲੇ ਆ ਜਾਂਦੇ ਨੇ। ਮੈਂ ਲੋਕਾਂ ਦੇ ਵੱਲੋਂ ਤੁਹਾਨੂੰ ਸਵਾਲ ਕਰ ਰਿਹਾ। ਕੁਝ ਲੋਕ ਕਹਿੰਦੇ ਨੇ ਵੀ ਠੀਕ ਆ ਜੀ, ਤਰਕਸ਼ੀਲ ਚੰਗੇ ਬੰਦੇ ਹੁੰਦੇ ਨੇ, ਚੰਗੇ ਤਾਂ ਸਿੱਖ ਵੀ ਹੈਗੇ ਨੇ, ਬਹੁਤ ਮੁਸਲਮਾਨ ਤੁਹਾਨੂੰ ਚੰਗੇ ਮਿਲ ਜਾਣਗੇ। ਅਸਲੀ ਮੁਸਲਮਾਨ ਤਾਂ ਉਹ ਆ, ਕਹਿੰਦੇ ਜਿਹਦਾ ਗੁਆਂਢੀ ਵੀ ਜੇ ਭੁੱਖਾ ਬੈਠਾ ਹੋਵੇ ਤੇ ਉਹ ਰੋਟੀ ਨਾ ਖਾਵੇ। ਅਸਲੀ ਸਿੱਖ ਉਹ ਆ ਜਿਹੜਾ ਸਰਬੱਤ ਦਾ ਭਲਾ ਮੰਨਦਾ ਹੋਵੇ। ਅਸਲੀ ਹਿੰਦੂ ਉਹ ਆ ਜਿਹੜਾ ਗੀਤਾ ਦੇ ਵਿੱਚ ਕਿਹਾ ਹੋਇਆ, ਭਗਵਾਨ ਕ੍ਰਿਸ਼ਨ ਨੇ ਕਿਹਾ ਜੀ ਬਈ ਗਲਤ ਬੰਦੇ ਦਾ ਸਾਥ ਦੇ ਰਿਹਾ, ਭਾਵੇਂ ਤੁਹਾਡਾ ਭਰਾ ਜਾਂ ਪਿਓ ਹੋਵੇ, ਉਹ ਬੰਦਾ ਗਲਤ ਆ। ਜਦੋਂ ਲੜਾਈ ਚੱਲਦੀ ਹੋਵੇ ਤੇ ਉਹਨੂੰ ਵੀ ਚੱਕ ਦਿਓ। ਉਹ ਤਾਂ ਕਹਿੰਦੇ ਸਾਰੇ ਥਾਵਾਂ ਤੇ ਬਹੁਤ ਚੰਗੀਆਂ ਗੱਲਾਂ ਪਈਆਂ ਨੇ। ਜਿਵੇਂ ਹਿੰਦੂ ਇੱਕ ਗਰੁੱਪ ਆ, ਸਿੱਖ ਇੱਕ ਗਰੁੱਪ ਆ, ਮੁਸਲਮਾਨ ਇੱਕ ਗਰੁੱਪ ਆ, ਈਸਾਈ ਇੱਕ ਗਰੁੱਪ ਆ, ਆਏ ਤਰਕਸ਼ੀਲ ਵੀ ਇੱਕ ਗਰੁੱਪ ਆ। ਕੀ ਤੁਸੀਂ ਆਪਣੇ ਆਪ ਨੂੰ ਇੱਕ ਗਰੁੱਪ ਮੰਨਦੇ ਹੋ? ਅਸੀਂ ਇਸ ਤਰ੍ਹਾਂ ਦਾ ਸਮੂਹ ਆ ਵਿਅਕਤੀਆਂ ਦਾ, ਜਿਹੜੇ ਆਮ ਲੋਕਾਂ ਦੀ ਭਲਾਈ ਵਾਸਤੇ ਲਗਾਤਾਰ ਤਤਪਰ ਰਹਿੰਦੇ ਨੇ, ਤੇ ਅਸੀਂ ਪ੍ਰੈਕਟੀਕਲੀ ਕੰਮ ਕਰ ਰਹੇ ਹਾਂ। ਇਹ ਨਹੀਂ ਹੈਗਾ ਵੀ ਸਿਰਫ ਅਸੀਂ ਬਿਆਨਬਾਜ਼ੀ ਕਰਦੇ ਹੋਈਏ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਜੋ ਵਿਅਕਤੀ ਕਿਸੇ ਵੀ ਧਰਮ ਨੂੰ ਮੰਨਦਾ ਹੈ, ਅਗਰ ਉਹ ਲੋਕ ਭਲਾਈ ਵਿੱਚ ਸਾਡਾ ਸਾਥ ਦਿੰਦਾ ਹੈ, ਅਸੀਂ ਉਹਨਾਂ ਨੂੰ ਪਹਿਲਾਂ ਤੋਂ ਲਿਖਤੀ ਤੌਰ ਤੇ, ਸਾਡਾ ਤਰਕਸ਼ੀਲ ਦਾ ਸੰਵਿਧਾਨ ਹੈ, ਉਹਦੇ ਵਿੱਚ ਲਿਖਤੀ ਤੌਰ ਦੇ ਉੱਤੇ ਵੈਲਕਮ ਕੀਤਾ ਹੋਇਆ। ਤੇ ਸਾਡਾ ਕੋਈ ਕੱਟੜ ਗਰੁੱਪ ਤਾਂ ਨਹੀਂ ਹੈਗਾ।
ਜੋ ਸਾਡੀ ਵਿਚਾਰਧਾਰਾ ਅੱਜ ਹੈ, ਜੇਕਰ ਵਿਗਿਆਨ ਨੇ ਤਰੱਕੀ ਕਰਕੇ ਕੋਈ ਨਵੀਆਂ ਖੋਜਾਂ ਕਰਕੇ ਦੱਸਤਾ ਵੀ ਜਿਹੜੀ ਆਹ ਗੱਲ ਇਹ ਇਸ ਤਰ੍ਹਾਂ ਨਹੀਂ ਆਏ ਹੈ, ਅਸੀਂ ਉਹਨੂੰ ਮੰਨ ਲਾਂਗੇ ਵੀ ਪਹਿਲਾਂ ਅਸੀਂ ਥੋੜੇ ਜਿਹੇ ਘੱਟ ਠੀਕ ਸੀ, ਅੱਜ ਪੂਰੇ ਠੀਕ ਆ। ਲੇਕਿਨ ਜੋ ਅਧਿਆਤਮਵਾਦੀ ਫਲਸਫਾ ਹੈ ਉਹ ਕੱਟੜਤਾ ਦਾ ਸ਼ਿਕਾਰ ਹੋਇਆ, ਜਿਹਦੇ ਕਰਕੇ ਸਾਡਾ ਸਮਾਜ ਜਿੰਨਾ ਵੱਧ ਧਾਰਮਿਕ ਹੋਊਗਾ ਉਹਨਾਂ ਘੱਟ ਵਿਕਾਸ ਕਰੂਗਾ। ਤੁਸੀਂ ਗੱਲ ਕੀਤੀ ਸੀ ਕੁਝ ਦੇਸ਼ਾਂ ਦੀ, ਸਕੈਂਡੀਨੇਵੀਅਨ ਕੰਟਰੀਜ਼, ਹਾਂ, ਉਹ ਜਿੱਥੇ ਕਿਤੇ ਧਰਮ ਦਾ ਬੋਲਬਾਲਾ ਘੱਟ ਹੈ ਉੱਥੇ ਉਹਨਾਂ ਲੋਕਾਂ ਨੇ ਵਿਕਾਸ ਵੀ ਵੱਧ ਕੀਤਾ, ਉੱਥੇ ਕ੍ਰਾਈਮ ਵੀ ਘੱਟ ਹੁੰਦੇ ਨੇ। ਬਿਲਕੁਲ। ਤੇ ਜਿੱਥੇ ਇਹਦਾ ਬੋਲਬਾਲਾ ਜ਼ਿਆਦਾ ਹੈ ਉੱਥੇ ਆਪਾਂ ਵੇਖਦੇ ਹਾਂ ਕੀ ਹਾਲ ਹੋਇਆ ਪਿਆ। ਸਾਧੂ ਬੇਨਿੰਗ ਜੀ 2-3 ਸਾਲ ਪਹਿਲਾਂ ਆਏ ਸੀ, ਉਹਨਾਂ ਦੀ ਬੁੱਕ ਸੀ ਨਾਸਤਿਕ ਬਾਣੀ, ਅਸੀਂ ਵੀ ਪੜ੍ਹਦੇ ਹਾਂ, ਹੋਰ ਬਹੁਤ ਲੋਕ ਪੜ੍ਹਦੇ ਨੇ। ਉਹਦੇ ਵਿੱਚ ਇੱਕ ਜਗ੍ਹਾ ਲਿਖਿਆ, ਮੈਨੂੰ ਫਿਲਾਸਫਰ ਦਾ ਨਾਂ ਨਹੀਂ ਯਾਦ, ਕਿ ਉਸ ਬੰਦੇ ਤੋਂ ਸਾਵਧਾਨ ਰਹੋ ਜਿਹੜਾ ਇੱਕ ਕਿਤਾਬ ਨੂੰ ਬਾਰ-ਬਾਰ ਪੜ੍ਹੀ ਜਾਂਦਾ। ਲੋਕ ਕਹਿੰਦੇ ਨੇ ਜੀ ਤਰਕਸ਼ੀਲ ਵੀ ਵਿਗਿਆਨ ਨੂੰ ਬਾਰ-ਬਾਰ ਪੜ੍ਹਦੇ ਨੇ, ਉਹਨਾਂ ਤੋਂ ਵੀ ਸਾਵਧਾਨ ਰਹੋ। ਇਹੀ ਤਾਂ ਫਰਕ ਹੈ, ਵਿਗਿਆਨ ਇੱਕ ਥਾਂ ਤੇ ਥੋੜੀ ਖੜ ਗਿਆ। ਕੱਲ ਉਹਨੇ ਕੁਝ ਹੋਰ ਲਿਖਿਆ ਸੀ, ਅੱਜ ਵਿਕਾਸ ਕਰਕੇ ਹੋਰ ਲਿਖਦਾ, ਕੱਲ ਹੋਰ ਲਿਖੂਗਾ। ਅਸੀਂ ਤਾਂ ਅਪਡੇਟ ਕਰਦੇ ਰਹਿੰਦੇ ਆਪਣੇ ਆਪ ਨੂੰ, ਆਪਣੇ ਗਿਆਨ ਨੂੰ, ਆਪਣੇ ਨੌਲੇਜ ਨੂੰ ਅਪਡੇਟ ਕਰਦੇ ਰਹਿੰਦੇ ਆ। ਤੇ ਅਸੀਂ ਮੰਨ ਲੈਣਾ, ਜੇ ਸਾਨੂੰ ਐ ਲੱਗੇ ਸਾਬਤ ਹੋ ਜਾਵੇ ਵਿਗਿਆਨ ਮੁਤਾਬਕ ਵੀ ਪਹਿਲਾਂ ਅਸੀਂ ਗਲਤ ਸੀ ਜਾਂ ਅੱਜ ਗਲਤ ਆ, ਅਸੀਂ ਮੰਨ ਲਵਾਂਗੇ। ਪਰ ਜਿੱਥੇ ਉਹਨਾਂ ਦੀ ਕਿਤਾਬਾਂ ਦੀ ਗੱਲ ਕਰਦੇ ਨੇ, ਚਾਹੇ ਉਹਨਾਂ ਦੇ ਸਤਿਕਾਰਤ ਗ੍ਰੰਥ ਨੇ, ਜੋ ਵੀ ਉਹ ਉਹਨੂੰ ਨਾਂ ਦੇਣਾ ਚਾਹਣ, ਮੈਨੂੰ ਕੋਈ ਉਸ 'ਤੇ ਇਤਰਾਜ਼ ਨਹੀਂ, ਪਰ ਉਹ ਉਹਨਾਂ ਨੂੰ ਅਪਡੇਟ ਨਹੀਂ ਕਰ ਰਹੇ। ਕੋਈ 500 ਸਾਲ ਪੁਰਾਣਾ ਲਿਖਿਆ ਹੋਇਆ, ਕੋਈ 2000 ਸਾਲ ਪੁਰਾਣਾ ਲਿਖਿਆ ਹੋਇਆ, ਕੋਈ 1500 ਸਾਲ ਪੁਰਾਣਾ ਲਿਖਿਆ ਹੋਇਆ, ਕੋਈ ਇਦੋਂ ਵੱਧ ਜਾਂ ਘੱਟ ਵੀ ਹੋ ਸਕਦਾ ਹੈ। ਲੇਕਿਨ ਜਦੋਂ ਤੱਕ ਮੰਨ ਲਓ 500 ਸਾਲ ਪਹਿਲਾਂ ਜਿਹੜੇ ਹਾਲਾਤ ਸੀ ਸਮਾਜ ਦੇ, ਜਿੰਨੇ ਕੁ ਵਿਗਿਆਨਕ ਨੇ ਤਰੱਕੀ ਕੀਤੀ ਹੋਈ ਸੀ, ਉਸ ਵੇਲੇ ਦੇ ਮੁਤਾਬਕ ਉਹ ਲਿਖਤਾਂ ਸਾਡੇ ਬਜ਼ੁਰਗਾਂ ਦੀਆਂ ਕੀਤੀਆਂ ਹੋਈਆਂ ਠੀਕ ਹੋ ਸਕਦੇ ਨੇ। ਪਰ 500 ਸਾਲ ਤੇ ਅੱਜ ਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਉਹ ਕਹਿੰਦੇ ਆ ਸੋਚਣੀ ਦੇ ਲੈਵਲ ਦਾ ਫਰਕ ਆ, ਉਹ ਜੁਗੋ ਜੁਗੀ ਟਾਲਾ ਜਿਹੜਾ ਕੁਝ ਲਿਖਤਾ ਉਹੀ ਸੱਚ ਆ, ਉਸ ਤੋਂ ਬਿਨਾ ਹੋਰ ਕੋਈ ਸੱਚ ਨਹੀਂ। ਤੇ ਉਹ ਤੁਹਾਡੇ ਵਾਲੀ ਥਿਊਰੀ ਨੂੰ ਰੱਦ ਕਰਦੇ ਨੇ। ਉਹ ਕਹਿੰਦੇ ਪਾ ਲੈਣ ਦਾ ਰੌਲਾ ਰੱਪਾ ਇਹਨਾਂ ਨੂੰ, ਇਹਨਾਂ ਦੇ ਮਗਰ ਕਿਸੇ ਨੇ ਨਹੀਂ ਲੱਗਣਾ। 5-10 ਸਾਲ ਕਹਿੰਦੇ ਇਹ ਤਾਂ ਕੁਦਰਤ 'ਚ ਜੋ ਕੁਝ ਪਿਆ ਉਹਦੀ ਖੋਜ ਹੀ ਕਰਦੇ ਨੇ, ਇਹ ਤਾਂ ਨਵਾਂ ਕੁਝ ਬਣਾਉਂਦੇ ਨਹੀਂ। ਨਵਾਂ ਬਣਾਉਣ ਵਾਲਾ ਤਾਂ ਉੱਤੇ ਵਾਲਾ। ਉਹਨਾਂ ਦੀਆਂ ਦਲੀਲਾਂ ਨੂੰ ਕਿਵੇਂ ਕੱਟ ਕਰਦੇ ਹੋ? ਦੇਖੋ, ਮੈਂ ਇਹ ਗੱਲ ਰਿਪੀਟ ਕਰਨੀ ਚਾਹੂੰਗਾ ਕਿ ਇਹ ਦਲੀਲ ਦਿੰਦੇ ਕੌਣ ਨੇ? ਕੀ ਆਮ ਧਾਰਮਿਕ ਵਿਅਕਤੀ ਇਹ ਦਲੀਲ ਦਿੰਦੇ ਨੇ? ਨਹੀਂ, ਸਿਰਫ ਉਹੀ ਬੰਦੇ, ਚਲਾਕ ਬੰਦੇ ਇਹ ਦਲੀਲ ਦਿੰਦੇ ਨੇ ਵੀ ਜਿਨ੍ਹਾਂ ਨੂੰ ਡਰ ਹੋ ਜਾਂਦਾ ਵੀ ਜੇ ਲੋਕਾਂ ਤੱਕ ਸੱਚਾਈ ਪਹੁੰਚ ਗਿਆ, ਲੋਕ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗੇ ਵੀ ਉਹਨਾਂ ਦੇ ਜਿਹੜੇ ਵੇਲੜਾਂ ਦੀ ਵੱਟੀ ਆਮਦਨੀ ਮਿਲਦੀ ਹੈ ਉਹ ਬੰਦ ਹੋ ਜਾਊਗੀ। ਜਿਸ ਤੱਕ ਇਹ ਹੈ ਵੀ ਵਿਗਿਆਨ ਤਾਂ ਜੋ ਕੁਝ ਬਣਦਾ ਹੈ ਉਸੇ ਨੂੰ, ਜਾਂ ਬਣਿਆ ਹੋਇਆ ਉਸੇ ਨੂੰ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਉੱਪਰ ਲਈ ਹੈ। ਉੱਪਰ ਲਾ ਜੋ ਉੱਪਰ, ਮੈਂ ਕਾਫੀ ਦੂਰ ਤੱਕ ਜਹਾਜ਼ 'ਚ ਬੈਠ ਕੇ ਬਹੁਤ ਕਿਲੋਮੀਟਰ ਤੱਕ ਦੇਖ ਕੇ ਆਇਆ। ਸਾਡੇ ਪੁਲਾੜ ਵਿਗਿਆਨੀ ਵੀ ਬਹੁਤ ਦੂਰ ਤੱਕ ਚਲੇ ਗਏ, ਉਹਨਾਂ ਨੂੰ ਇਹੋ ਜਿਹਾ ਉੱਪਰ ਕੁਝ ਨਹੀਂ ਲੱਭਿਆ। ਬਿਲਕੁਲ, ਵੀ ਜਿਹੜਾ ਉੱਪਰ ਕੋਈ ਬੈਠਾ ਕੰਟਰੋਲ ਕਰਦਾ ਹੋਵੇ। ਸੋ ਇਸ ਤਰ੍ਹਾਂ ਦੀ ਕੋਈ ਚੇਤਨ ਸ਼ਕਤੀ ਨਹੀਂ ਹੈਗੀ ਜਿਹੜੀ ਦੁਨੀਆ ਨੂੰ ਕੰਟਰੋਲ ਕਰਦੀ ਹੋਵੇ। ਹਾਂ, ਦੁਨੀਆ 'ਚ ਜੋ ਮੱਧ ਹੈ ਉਸ ਰਸਾਇਣਕ ਕਿਰਿਆਵਾਂ ਕਰਕੇ ਆਪਣੇ ਆਪ ਹੀ ਸਾਰਾ ਕੁਝ ਹੋ ਰਿਹਾ ਹੈ। ਬਿਲਕੁਲ, ਜਾਂ ਜਿੱਥੇ ਤੱਕ ਮਨੁੱਖ ਦੀ ਹੈਸੀਅਤ ਹੈ ਉਹ ਉਹਨਾਂ ਉਹਦੇ ਵਿੱਚ ਗਤੀਵਿਧੀ 'ਚ ਇੰਟਰਫੇਅਰ ਕਰਦਾ। ਬਿਲਕੁਲ ਜੀ, ਸਾਡਾ ਐਕਚੁਅਲੀ ਕੀ ਆ ਵੀ ਸਮੇਂ ਦੀ ਬੜੀ ਦੋਸਤੋ ਸੀਮਤਾਈ ਹੁੰਦੀ ਹੈ। ਬੜੇ ਸਵਾਲ ਇਹਨਾਂ ਨੂੰ ਕਰਨੇ ਸੀ ਜਿਹੜੇ ਲੋਕ ਅਕਸਰ ਸਾਨੂੰ ਕਰਦੇ ਨੇ। ਬਹੁਤ ਕੁਝ ਕਹਿਣਾ ਸੀ ਵੀ ਜਿਹਨੂੰ ਕਿਹਾ ਜਾਂਦਾ ਉੱਪਰ ਵਾਲਾ ਸਰਬ ਵਿਆਪਕ ਆ ਤੇ ਉਹ ਤੁਹਾਡੇ ਦੁੱਖਾਂ ਦੀ ਦਾਰੂ ਆ। ਉਹ ਦਾਰੂ ਦੂਰੂ ਤਾਂ ਇੱਧਰ ਹੀ ਚਲੀ ਜਾਂਦੀ ਆ, ਕਿਤੇ ਹੋਰ ਹੀ। ਲੱਖਾਂ ਦੀ ਗਿਣਤੀ 'ਚ ਪਿਛਲੀ ਸਦੀ ਦੇ ਵਿੱਚ ਜੇ ਐਂਟੀਬਾਇਓਟਿਕ ਪੈਨਸਲਿਨ ਦੀ ਖੋਜ ਨਾ ਹੁੰਦੀ ਤਾਂ ਲੱਖਾਂ ਨਹੀਂ ਜੀ ਕਰੋੜਾਂ ਲੋਕ ਮਰਨੇ ਸੀ, ਪਰ ਵਿਗਿਆਨ ਫਿਰ ਵੀ ਬਚਾਉਂਦਾ। ਮੈਂ ਅੱਜ ਜਿਹੜੇ ਇਹਨਾਂ ਨੂੰ ਸਵਾਲ ਕੀਤੇ, ਮੈਂ ਲੋਕਾਂ ਦੇ ਪਲੇਟਫਾਰਮ ਤੇ ਖੜ ਕੇ ਕੀਤੇ ਜੀ, ਵੀ ਆਮ ਲੋਕ ਕਿਵੇਂ ਸਵਾਲ ਕਰਦੇ ਸੀ। ਖੈਰ, ਤੁਸੀਂ ਜਾਂਦੇ ਜਾਂਦੇ ਆਪਣੇ ਕੋਲ ਮਿੰਟ ਅੱਧਾ ਕੁ ਰਹਿ ਗਿਆ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ? ਮੈਂ ਪੰਜਾਬ ਟੀਵੀ ਦੇ ਸਾਰੇ ਹੀ ਸਤਿਕਾਰ ਦਰਸ਼ਕਾਂ ਨੂੰ ਤਰਕਸ਼ ਜਟੀ ਪੰਜਾਬ ਵੱਲੋਂ ਤੇ ਨਾਰਥਨ ਅਮਰੀਕਨ ਤਰਕਸ਼ ਜਟੀ ਵੱਲੋਂ ਇਹ ਬਹੁਤ ਨਿਮਰਤਾ ਨਾਲ ਸੁਨੇਹਾ ਦੇਣਾ ਚਾਹੂੰਗਾ ਕਿ ਵੀ ਜੋ ਤੁਹਾਡੇ ਅਧਿਆਤਮਵਾਦੀ ਵਿਚਾਰ ਨੇ ਉਹ ਤੁਹਾਡੇ ਨਿੱਜੀ ਹੋ ਸਕਦੇ ਨੇ। ਇਹਨਾਂ ਦੇ ਆਧਾਰ ਦੇ ਉੱਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਬਾਕੀ ਤੁਸੀਂ ਜ਼ਿੰਦਗੀ ਦਾ ਕੋਈ ਵੀ ਛੋਟਾ ਜਿਹਾ ਵੱਡਾ ਕੰਮ ਕਰਨਾ ਹੋਵੇ, ਉਸ ਵੇਲੇ ਵਿਗਿਆਨਿਕ ਤਰੀਕੇ ਨਾਲ ਸੋਚੋ, ਅੰਧ ਵਿਸ਼ਵਾਸੀ ਜਾਂ ਪੁਰਾਣੇ ਤਰੀਕੇ ਨਾਲ ਨਾ ਸੋਚੋ। ਤੁਹਾਡੇ ਫੈਸਲੇ ਠੀਕ ਹੋਣਗੇ ਤੇ ਤੁਹਾਡੀ ਜ਼ਿੰਦਗੀ ਸੌਖੀ ਹੋ ਜਾਊਗੀ। ਬਿਲਕੁਲ। ਤੇ ਮੈਂ ਕਹਿਣਾ ਚਾਹੁੰਦਾ ਸਾਰੇ ਹੀ ਵੀਰਾਂ ਭੈਣਾਂ ਨੂੰ ਕਿ ਆਓ ਦੁਨੀਆ ਦੇ ਵੱਖਰੇ ਵੱਖਰੇ ਹਿੱਸਿਆਂ 'ਚ ਬਣੀਆਂ ਹੋਈਆਂ ਤਰਕ ਸੁਸਾਇਟੀਆਂ ਦਾ ਹਿੱਸਾ ਬਣੋ, ਸਾਡੇ ਮੋਢੇ ਨਾਲ ਮੋਢਾ ਲਾਓ, ਤਾਂ ਜੋ ਆਪਾਂ ਇੱਕ ਵਧੀਆ ਤੇ ਨਰੋਏ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਭਰਵਾਂ ਯੋਗਦਾਨ ਪਾ ਸਕੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵਕਤ ਲੱਗਿਆ ਤੇ ਫਿਰ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਜੈ ਇਨਸਾਨ। ਦੋਸਤੋ, ਇਹ ਸਨ ਹਰਿੰਦਰ ਲਾਲੀ ਜੀ, ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜੀ ਕੈਨੇਡਾ ਦੇ ਵਿੱਚ, ਇਸ ਕਰਕੇ ਥੋੜਾ ਜਿਹਾ ਵਕਤ ਮਿਲ ਗਿਆ। ਇਹਨਾਂ ਨੇ ਬਿਜ਼ੀ ਸਕੈਜੂਲ ਦੇ ਵਿੱਚ ਸਮਾਂ ਕੱਢਿਆ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਫਿਰ ਕਿਸ ਦਿਨ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।